एक रैली कढ़ रहे ने। रैली का माहौल इसलिए लगता क्योंकि लगातार जिवें सारी गड्डियां इकट्ठियां लगदियां नेगियां तो कह सकते हैं जिवें 26 जनवरी नूं किसानां ने परेड कहा तो उदों पहलां तुसीं देखो माहौल किस तरह दे नाल बनदा जांदा। ਜਿਹੜੇ ਜੇ ਕਹੀਏ ਕਿ ਬਹੁਤ ਸਾਰੇ ਜਿਹੜੇ ਨੌਜਵਾਨ ਨੇਗੇ ਆਪਦੀ ਝੰਡੇ ਇਹਨਾਂ ਦੇ ਕਿਸਾਨੀ ਲੱਗੇ ਹੋਏ ਨੇਗੇ। ਤੁਸੀਂ ਦੇਖੋ ਕਿਵੇਂ ਇੱਕ ਪੂਰਾ ਜਿਹੜਾ ਮਾਹੌਲ ਹੈਗਾ ਉਹ ਬਣਿਆ ਹੋਇਆ ਹੈਗਾ ਤੇ ਕਿਹਾ ਜਾ ਸਕਦਾ। ਬਾਈ ਜੀ ਕਿੱਧਰੋਂ? ਬਿਲਕੁਲ ਤੁਸੀਂ ਦੇਖੋ ਕਿ ਜਿਵੇਂ ਗੱਡੀ ਦੇ ਵਿੱਚ ਪਰਿਵਾਰਾਂ ਦੇ ਪਰਿਵਾਰ ਨੇ ਜਿਹੜੇ ਉਹਨਾਂ ਨੇ ਵੀ ਝੰਡੇ ਲਾਏ ਹੋਏ ਨੇ ਤੇ ਨਾਲ ਜਵਾਕ ਨੇ ਉਹ ਵੀ ਸਾਰੇ। ਅੱਗੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਚੰਡੀਗੜ੍ਹ ਦੀਆਂ ਸੜਕਾਂ ਤੇ ਹੁਣ ਇਹ ਇੱਕ ਪੂਰਾ ਨਜ਼ਾਰਾ ਜਿਹੜਾ ਦਿਖ ਰਿਹਾ ਹੈ ਕਿਉਂਕਿ ਕਿਸਾਨੀ ਅੰਦੋਲਨ ਜਿਉਂ-ਜਿਉਂ ਅੱਗੇ ਵਧ ਰਿਹਾ ਹੈ, ਮੀਟਿੰਗਾਂ ਬੇਸਿੱਟਾ ਰਹਿ ਰਹੀਆਂ ਨੇ ਤਾਂ ਉਸ ਤੋਂ ਬਾਅਦ ਦਾ ਇਹ ਪੂਰਾ ਮਾਹੌਲ ਦੇਖਣ ਨੂੰ ਮਿਲ ਰਿਹਾ। ਨਾਲ ਨਾਲ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਹੁਣ ਕੀ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖੋ ਕਿ ਲੋਕ ਨੇ ਜਿਹੜੇ ਦਿਖ ਰਹੇ ਨੇਗੇ ਕਿ खुद किसानी झंडे ने जिहड़े कारां ते ट्रैक्टरां ते ला के। माहौल चंडीगढ़ दा चंडीगढ़ इसलिए खास लगदा क्योंकि आम तौर ते देखते हैं कि असीं पंजाब दे विच हरियाणे दे विच जां फिर दिल्ली बॉर्डर नूं जदों जाने तां किते ना किते इस तरह दा माहौल देखण नूं मिलदा। पर चंडीगढ़ वर्गे शहर दे विच भी तुसीं देखो कि किसानी अंदोलन किवें ਵੱਡੀ ਪੈਠ ਜਮਾ ਚੁੱਕਿਆ ਤੇ ਲੋਕਾਂ ਦਾ ਜਿਹੜਾ ਸਾਥ ਹੈ ਮਿਲਦਾ ਹੋਇਆ ਦਿਖ ਰਿਹਾ। ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇਗੀਆਂ ਤੇ ਬਿਲਕੁਲ ਤੁਸੀਂ ਆ ਦੇਖੋ ਸਾਈਡ ਤੋਂ ਕਈ ਗੱਡੀਆਂ ਨੇ, ਟਰੈਕਟਰ ਨੇ, ਅੱਗੇ ਚੌਂਕ ਤੇ ਵੀ ਤੁਸੀਂ ਦੇਖੋ। ਇਹ ਤਸਵੀਰਾਂ ਤੁਹਾਨੂੰ ਅੱਜ ਅਸੀਂ ਪੂਰੇ ਚੰਡੀਗੜ੍ਹ ਦੀਆਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੁੰਡਿਆਂ ਨੇ ਲਿਖਿਆ ਹੋਇਆ ਚੌਂਕ ਤੇ ਅੱਡ ਖੜੇ ਨੇ ਤੇ ਇਸੇ ਕਰਕੇ ਮੁੰਡਿਆਂ ਨੇ ਜਿਹੜੇ ਮੈਸੇਜ ਲਿਖੇ ਹੋਏ ਨੇ ਕਿ ਇਸੇ ਕਰਕੇ ਸਾਨੂੰ ਖੜਨਾ ਪੈ ਰਿਹਾ ਕਿਉਂਕਿ ਗੱਲਾਂ ਬਾਤਾਂ ਨੇ ਜਿਹੜੀਆਂ ਸਰਕਾਰਾਂ ਨਹੀਂ ਸੁਣ ਰਹੀਆਂ ਹੈਗੀਆਂ। ਤੇ ਆਪਣੇ ਆਪ ਦੇ ਵਿੱਚ ਤੁਸੀਂ ਦੇਖੋ ਪੂਰਾ ਮਾਹੌਲ, ਪਰਿਵਾਰ ਦੇ ਪਰਿਵਾਰ ਸ਼ਾਮਲ ਨੇ, ਬੱਚੇ ਨੇਗੇ। ਕੋਈ ਇਹ ਵੀ ਨਹੀਂ ਕਹਿ ਸਕਦੇ ਹੈਗੇ ਕਿ ਕੋਈ ਜਥੇਬੰਦੀ ਇਹ ਪ੍ਰੋਟੈਸਟ ਕਰ ਰਹੀ ਹੈਗੀ ਆ। ਬਕਾਇਦਾ ਅੱਗੇ ਤੁਸੀਂ ਦੇਖੋ ਕਿ ਸਵਾਗਤ ਕਿਸ ਤਰ੍ਹਾਂ ਦੇ ਨਾਲ ਇਹੀ ਕਿਸਾਨੀ ਅੰਦੋਲਨ ਦੇ ਬੈਨਰ ਝੰਡਿਆਂ ਨਾਲ ਹੋ ਰਿਹਾ। ਡੇਲੀ ਪੋਸਟ ਤੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਚੰਡੀਗੜ੍ਹ ਦੀਆਂ ਤਸਵੀਰਾਂ ਕਿਉਂਕਿ ਅਸੀਂ ਹਰ ਦਿਨ ਦੇਖਦੇ ਹਾਂ ਚੌਂਕਾਂ ਤੇ ਮੁੰਡੇ ਖੜੇ ਹੁੰਦੇ ਨੇ, ਨੌਜਵਾਨ ਖੜੇ ਹੁੰਦੇ ਨੇ ਤੇ ਉਹ ਲਗਾਤਾਰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਅਸੀਂ ਇਹ ਇੱਕ ਤੁਹਾਨੂੰ ਤਸਵੀਰ ਹੈ ਜਿਹੜੀ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਲੱਗ-ਅਲੱਗ ਜਗ੍ਹਾ ਤੋਂ ਕਿ ਕਿਵੇਂ ਪੂਰਾ ਮਾਹੌਲ ਹੈ ਜਿਹੜਾ ਉਹ ਕਿਸਾਨੀ ਅੰਦੋਲਨ ਦੇ ਵਿੱਚ ਰੰਗਿਆ ਹੋਇਆ ਦਿਖਾਈ ਦੇ ਰਿਹਾ ਹੈ। ਮੈਂ ਕਹੂੰਗਾ ਡਰਾਈਵਰ ਨੂੰ ਕਿ ਅੱਗੇ ਗੱਡੀ ਰੋਕ ਲੈਣ ਕਿ ਗੱਲਬਾਤ ਵੀ ਕਰ ਲੈਂਦੇ ਆ ਕਿ ਇੰਨਾ ਜੋਸ਼ ਜਜ਼ਬਾ ਆਖਰਕਾਰ ਕੀ 26 ਤਰੀਕ ਨੂੰ ਲੈ ਕੇ ਜਾਂ ਕਿਸਾਨੀ ਅੰਦੋਲਨ ਜਿਵੇਂ ਲਗਾਤਾਰ ਵਧ ਰਿਹਾ ਹੈ। ਚੰਡੀਗੜ੍ਹ 'ਚ ਅਸੀਂ ਦੇਖਦੇ ਹਾਂ ਕਿ ਥਾਂ-ਥਾਂ ਤੇ ਮੁੰਡੇ ਖੜਦੇ ਨੇ ਜਾਂ ਟਰੈਕਟਰਾਂ ਤੇ ਝੰਡੀਆਂ ਲੱਗੀਆਂ ਹੁੰਦੀਆਂ ਨੇ, ਕਾਰਾਂ ਤੇ ਝੰਡੀਆਂ ਲੱਗੀਆਂ ਹੁੰਦੀਆਂ ਨੇ। ਤਾਂ ਤੁਸੀਂ ਦੇਖੋ ਕਿ ਵੀ ਸਪੋਰਟ ਫਾਰਮਰ ਨੂੰ ਲੈ ਕੇ ਇੱਥੇ ਕਿੱਡੇ ਵੱਡੇ ਜੇ ਤਾਦਾਦ 'ਚ ਜਿਹੜੇ ਲੋਕ ਨੇ ਪਹੁੰਚੇ ਹੋਏ ਨੇ। ਛੋਟਾ ਜਿਹਾ ਬੱਚਾ ਇਹਨੇ ਵੀ ਫੜਿਆ ਹੋਇਆ ਹੱਥ ਦੇ ਵਿੱਚ ਪੰਜਾਬ ਹਰਿਆਣਾ ਉੱਪਰ ਲਿਖਿਆ ਹੋਇਆ। बेटा की लिखा है फिर तुसी? किसान मजदूर एकता जिंदाबाद, पंजाब हरियाणा, नो फार्मर्स नो फूड नो फ्यूचर। की समझदे हो क्यों खड़ना जरूरी है अज फिर आए ਤੁਹਾਨੂੰ? किसानां वास्ते। किसानां वास्ते ਤੇ ਕੀ ਲੱਗਦਾ ਅੱਜ ਕੀ ਹਾਲਾਤ ਕਿਹੋ ਜਿਹੇ ਲੱਗਦੇ ਨੇ ਤੁਹਾਨੂੰ ਕੀ ਆਖਰ ਸਰਕਾਰਾਂ ਮੰਨਦੀਆਂ ਨਹੀਂ ਹੈਗੀਆਂ ਗੱਲਾਂ? नहीं ਤੇ ਤੁਸੀਂ ਫਿਰ ਆਪ ਆਏ ਹੋ ਬਾਕੀ ਪਰਿਵਾਰ ਦੇ ਲੋਕ ਵੀ ਆਏ ਨੇ? नहीं कल्ले ही आए। ਇਕੱਲੇ ਹੀ ਆਏ? हाँ जी। ਕਿ ਪਰਿਵਾਰ ਦੇ ਨੇ ਕਿਹਾ ਨਹੀਂ ਇਕੱਲਾ ਕਿਉਂ ਜਾ ਰਿਹਾ ਬਾਹਰ? ना जी। ਬਿਲਕੁਲ ਕਹਿ ਸਕਦੇ ਆ ਬਾਈ ਜੀ ਜੋਸ਼ ਹੀ ਹੈਗਾ ਕਿ ਬੱਚੇ ਵੀ ਤੁਸੀਂ ਦੇਖੋ ਕਹਿੰਦੇ ਕੱਲਾ ਆਇਆ ਹੋਇਆਗਾ ਮੈਂ। ਖੈਰ ਬਾਕੀ ਪਰਿਵਾਰ ਦੇ ਕਿਤੇ ਰੁੱਝੇ ਹੋਏ ਹੋਣੇ ਆ। ਕਿਹੋ ਜਿਹਾ ਮਾਹੌਲ ਤੁਸੀਂ ਦੇਖਦੇ ਹੋ ਚੰਡੀਗੜ੍ਹ ਵਰਗੇ ਸ਼ਹਿਰ 'ਚ ਜਿੱਥੇ ਕਿ ਲੋਕਾਂ ਕੋਲ ਸਮਾਂ ਨਹੀਂ ਹੈਗਾ ਇੱਕ ਦੂਜੇ ਵਾਸਤੇ? ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਜਗਤਾਰ ਸਿੰਘ ਚੌਂਤਾ ਵੈਲਫੇਅਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ 39C ਤੋਂ। ਅਸੀਂ ਪਿਛਲੇ 1 ਮਹੀਨੇ ਤੋਂ ਇੱਥੇ ਰੋਜ਼ਾਨਾ ਸ਼ਾਮ ਨੂੰ 4 ਤੋਂ 6 ਜਾਂ 6:30 ਵਜੇ ਤਕਰੀਬਨ ਇੱਥੇ ਡੇਲੀ ਕਰਦੇ ਆ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਵੀ ਸੀ ਤੇ ਲੰਗਰ ਵੀ ਡੇਲੀ ਅਰੇਂਜਮੈਂਟ ਕਰੀਦਾ ਹੈ ਇੱਥੇ ਤੇ ਪ੍ਰੋਟੈਸਟ ਵੀ ਕਰੀਦਾ ਆ। ਅੱਜ ਸਾਨੂੰ ਚੰਡੀਗੜ੍ਹ ਪੁਲਿਸ ਨੇ ਬਹੁਤ ਹਰਾਸਮੈਂਟ ਕੀਤਾ। ਅਸੀਂ ਕੁਝ ਟਰੈਕਟਰ ਉਹਨਾਂ ਨੇ ਕੀ ਕਿਹਾ? ਅਸੀਂ ਕੁਝ ਟਰੈਕਟਰ ਤੇ ਕੁਝ ਗੱਡੀਆਂ ਲੈ ਕੇ ਸਿਰਫ 39C ਆਪਣੇ ਘਰਾਂ ਦੇ ਅੱਗਿਆਂ ਨਿਕਲਣਾ ਸੀ, ਗਲੀ ਗਲੀ 'ਚ ਪ੍ਰੋਟੈਸਟ ਕਰਨਾ ਸੀ। ਉਹ ਇੱਕੋ ਹੀ ਗੱਲ ਨੂੰ ਲੈ ਕੇ ਬੈਠੇ ਇਹਦੀ ਪਰਮਿਸ਼ਨ ਨਹੀਂ ਹੈ, ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ, ਇਸ ਤਰ੍ਹਾਂ ਨਹੀਂ ਕਰ ਸਕਦੇ। ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਵੀ ਪਰਮਿਸ਼ਨ ਤਾਂ ਫਿਰ ਦਿੱਲੀ ਜਾਣ ਦੀ ਵੀ ਨਹੀਂ ਸੀ। ਤੁਸੀਂ ਸ਼ੰਭੂ ਬੈਰੀਅਰ ਤੇ ਕਿੰਨਾ ਇੰਤਜ਼ਾਮ ਕੀਤੇ, ਕਿੰਨਾ ਕੁਛ ਉਹ ਪਰ ਕੀਤਾ। ਕੁੱਲ ਮਿਲਾ ਕੇ ਆ ਦੇਖੋ ਪਿੱਛੇ ਜਾ ਰਹੇ ਹੁਣ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਸਾਡੇ ਮਗਰ ਗੱਡੀਆਂ ਵੀ ਲਾ ਕੇ ਲੈ ਕੇ ਆਏ ਆ ਹੁਣ ਵੀ ਇਹ ਕਾਮਯਾਬ ਨਾ ਹੋਣੇ ਜਾਣ ਨਾ। ਪਰ ਬਾਈ ਜੀ ਜਿੱਥੇ ਸਾਡੇ ਬਜ਼ੁਰਗ ਦਿੱਲੀ ਬੈਠੇ ਆ ਦੇਖੋ ਤੁਸੀਂ ਕਿ ਲੋਕ ਗਏ ਨੇ ਆਪ ਮੁਹਾਰੇ ਹੋ ਕੇ ਦਿੱਲੀ ਇੰਨੀ ਠੰਡ ਦੇ ਰਾਤਾਂ ਦਿਨਾਂ ਦੀ ਕਹੀਏ ਕਿ ਉੱਥੇ ਸੋਚ ਹੀ ਨਹੀਂ ਸਕਦਾ ਬੰਦਾ ਕਿ ਕਿਵੇਂ ਲੋਕ ਜਜ਼ਬਾਤ ਹੋ ਕੇ ਬੈਠੇ ਨੇ। ਵੀ ਜੀ ਤੁਸੀਂ ਦੇਖੋ 80 ਤੋਂ ਉੱਪਰ ਸ਼ਹਾਦਤਾਂ ਹੋ ਗਈਆਂ, ਸ਼ਹੀਦੀਆਂ ਹੋ ਗਈਆਂ, 80 ਤੋਂ ਉੱਤੇ ਸ਼ਹੀਦੀਆਂ ਹੋ ਗਈਆਂ ਆ। ਪਰ ਇਹ ਸਰਕਾਰ ਨੂੰ ਪਤਾ ਨਹੀਂ ਕੀ ਕਾਰਨ ਹੈ, ਗੂੰਗੀ ਬੋਲੀ ਸਰਕਾਰ ਹੈ ਜਮਾਂ ਹੀ, ਕਿਸੇ ਦੀ ਗੱਲ ਹੀ ਨਹੀਂ ਸੁਣ ਰਹੀ। ਇਹਨਾਂ ਨੂੰ ਚਾਹੀਦਾ ਹੈ ਵੀ ਗੱਲ ਸੁਣਨਾ। ਇੱਕ ਮਿੰਟ ਬੱਚੋ, ਇਹਨਾਂ ਨੂੰ ਚਾਹੀਦਾ ਗੱਲ ਸੁਣਨ। ਦੇਖੋ ਇਹੀ ਕਾਨੂੰਨ
ਇਹੀ ਕਾਨੂੰਨ 2011-12 ਚ ਕਾਂਗਰਸ ਲੈ ਕੇ ਆਈ ਸੀ। ਉਸ ਟਾਈਮ ਦੇ ਵਿੱਚ ਇਹ ਸਰਕਾਰ ਨੰਗੇ ਧੜ ਹੋ ਕੇ ਜੰਤਰ ਮੰਤਰ ਤੇ ਇਹਨਾਂ ਨੇ ਕੀ ਕੀਤਾ ਸੀ ਤੁਹਾਨੂੰ ਪਤਾ ਵੀਰੇ, ਮੇਰੇ ਨਾਲੋਂ ਜ਼ਿਆਦਾ ਪਤਾ। ਸੁਸ਼ਮਾ ਸਵਰਾਜ ਕੀ ਬੋਲਦੇ ਸੀ, ਅਰੁਣ ਜੇਟਲੀ ਜੀ ਕੀ ਬੋਲਦੇ ਸੀ, ਔਰ ਖੁਦ ਉਸ ਟਾਈਮ ਦੇ ਪ੍ਰਾਈਮ ਮਿਨਿਸਟਰ ਦੇ ਅਹੁਦੇਦਾਰ ਅੱਜ ਕੱਲ੍ਹ ਦੇ ਪ੍ਰਧਾਨ ਮੰਤਰੀ ਇਹ ਕੀ ਬੋਲਦੇ ਸੀ ਉਸ ਟਾਈਮ। ਅੱਜ ਵੀਰੇ ਕੀ ਹੋ ਗਿਆ ਇਹਨਾਂ ਨੂੰ? ਅੱਜ ਕਿਉਂ ਨਹੀਂ ਸਾਡੀਆਂ? ਜੇ ਅੰਨਾ ਹਜ਼ਾਰੇ ਅੰਦੋਲਨ ਕਰ ਸਕਦਾ ਆ ਤਾਂ ਭਾਜੀ ਅਸੀਂ ਤਾਂ ਇੱਥੋਂ ਦੇ, ਸਾਡਾ ਤਾਂ ਅਸੀਂ ਆਪਣੇ ਆਪ ਨੂੰ ਕਹਿੰਦੇ ਆ ਵੀ ਵੰਸ਼ਜ ਆ, ਅਸੀਂ ਵੰਸ਼ਜ, ਬਘੇਲ ਸਿੰਘ ਜੀ ਦੇ ਵੰਸ਼ਜ ਆ, ਅਸੀਂ ਹਰੀ ਸਿੰਘ ਨਲਵਾ ਦੇ ਵੰਸ਼ਜ ਆ, ਜਿਹਨੇ JNK ਇਹਨਾਂ ਨੂੰ ਦਿੱਤਾ। ਲੱਦਾਖ ਤੱਕ ਭਾਰਤ ਲਿਜਾਣ ਵਾਲਾ ਮਹਾਰਾਜਾ ਰਣਜੀਤ ਸਿੰਘ ਹੈ। ਇਹ ਸਾਰਾ ਕੰਮ ਕਰਨ ਵਾਲੇ ਅਸੀਂ ਉਹਨਾਂ ਦੇ ਵੰਸ਼ਜ, ਅਸੀਂ ਉਹਨਾਂ ਦੇ ਵਾਰਿਸ। ਸਾਨੂੰ ਰੋਕ ਰਹੇ ਹੈ ਵੀ ਤੁਸੀਂ ਬਾਹਰ ਨਾ ਨਿਕਲੋ। ਭਾਜੀ ਸੰਵਿਧਾਨ 'ਚ ਕਿਹੜੀ ਇਹੋ ਜਿਹੀ ਪਾਵਰ ਆ ਜਿਹੜੀ ਇਹ ਰੋਕਦੀ ਹੈ, ਪ੍ਰੋਟੈਸਟ ਕਰਨ ਤੋਂ ਰੋਕਦੀ ਹੈ? ਕੋਈ ਪਾਵਰ ਨਹੀਂ। ਹੁਣ ਤਾਂ ਸੁਪਰੀਮ ਕੋਰਟ ਵੀ ਕਹਿ ਚੁੱਕੀ ਹੈ, ਪਰ ਪਤਾ ਨਹੀਂ ਕਿਉਂ ਫਿਰ ਵੀ ਜਗ੍ਹਾ ਜਗ੍ਹਾ ਜਾਂ ਤਾਂ ਇਹਨਾਂ ਦਾ ਦਬਾਅ ਹੈ ਸਰਕਾਰ ਦਾ ਕੋਈ ਵੀ ਇਹਨਾਂ ਨੂੰ ਕਿਸੇ ਤਰੀਕੇ ਨਾਲ ਪ੍ਰੋਟੈਸਟ ਤੋਂ ਰੋਕੋ। ਅਸੀਂ ਸਰਕਾਰਾਂ ਦਾ ਹੁੰਦਾ ਹੀ ਅਕਸਰ ਅਸੀਂ ਦੇਖਦੇ ਆਉਂਦੇ ਆ ਕਿ ਕਿਸ ਤਰ੍ਹਾਂ ਦੇ ਨਾਲ, ਪਰ ਤੁਸੀਂ ਜਜ਼ਬਾ ਦੇਖੋ। ਕਹਿੰਦੇ ਵੀ ਸਾਨੂੰ ਪੁਲਿਸ ਨੇ ਵੀ ਰੋਕਣ ਦੀ ਕੋਸ਼ਿਸ਼ ਕਰੀ ਸੀਗੀ। ਖੈਰ ਉਰੇ ਤਾਂ ਜੇ ਕਹੀਏ ਕਿ ਕਿਸੇ ਪਾਸੇ ਉਹ ਜੇ ਦਿਖਦਾ ਨਹੀਂ ਹੈਗਾ ਕਿ ਇਸ ਤਰ੍ਹਾਂ ਦਾ ਹੋਵੇ, ਪਰ ਹਾਂ ਲੋਕਾਂ 'ਚ ਜੋਸ਼ ਬੜਾ ਹੈਗਾ। ਬੱਚੇ ਬਜ਼ੁਰਗ ਹਰੇਕ ਉਮਰ ਦੇ ਲੋਕ ਨੇ ਜਿਹੜੇ ਪਹੁੰਚੇ ਹੋਏ ਨੇ ਤੇ ਅਸੀਂ ਇੱਕ ਚੌਂਕ 'ਤੇ ਖੜੇ ਹਾਂ ਕਿ ਜਿਵੇਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਸੀ ਕਿ ਹਾਰਨ ਵਜਾਓ ਕਿਸਾਨਾਂ ਦੇ ਲਈ, ਜਿਹੜਾ ਇਹ ਇੱਕ ਇਹਨਾਂ ਦਾ ਤੁਸੀਂ ਦੇਖੋ ਕਿ ਲੋਕਾਂ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰਿਆਂ ਦੀ ਗੱਲ ਹੋਣ, ਤੁਸੀਂ ਦੇਖੋ ਬੀਬੀਆਂ ਭੈਣਾਂ ਨੇ ਜਿਹੜੀਆਂ ਉਹ ਵੀ ਪਹੁੰਚੀਆਂ ਹੋਈਆਂ ਨੇਗੀਆਂ ਤੇ ਇਹ ਮਾਹੌਲ ਹੁਣ ਜਿਉਂ-ਜਿਉਂ ਕਹੀਏ ਕਿ ਦਿਨ ਅੱਗੇ ਵੱਧਦੇ ਜਾ ਰਹੇ ਨੇ ਤਾਂ ਮਾਹੌਲ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਜਿੱਥੇ ਇੱਕ ਪਾਸੇ ਜੇ ਕਹੀਏ ਕਿ ਕਿਸਾਨ ਲਗਾਤਾਰ ਦਿੱਲੀ ਬਾਰਡਰ ਤੇ ਬੈਠੇ ਹੋਏ ਨੇ ਤਾਂ ਉੱਥੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਲੋਕਾਂ ਨੇ ਪਿੱਛੋਂ ਵੀ ਸਪੋਰਟ ਹੈ ਜਿਹੜੀ ਫੁੱਲ ਰੱਖੀ ਹੋਈ ਹੈ। ਕੋਈ ਸਪੋਰਟ ਹੈ ਜਿਹੜੀ ਉਹ ਛੱਡੀ ਨਹੀਂ ਹੋਈ ਹੈਗੀ। ਸਾਰੇ ਲੋਕ ਨੇ ਜਿਹੜੇ ਇਹਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਕਹਿ ਸਕਦੇ ਹਾਂ ਨੌਜਵਾਨ ਵੀ ਜਿਹੜੀ ਵੱਡੀ ਤਾਦਾਦ ਦੇ ਵਿੱਚ ਨੇ ਜਿਹੜੇ ਲੋਕ ਸ਼ਾਮਲ ਨੇਗੇ। ਫਸਲਾਂ ਦੇ ਫੈਸਲੇ ਕਿਸਾਨ ਕਰੇਗਾ। ਤੁਸੀਂ ਦੇਖੋ ਜਿਹੜਾ ਹੱਥ 'ਚ ਇਹਨਾਂ ਨੇ ਬੈਨਰ ਫੜਿਆ ਹੈਗਾ ਤੇ ਕਹਿ ਸਕਦੇ ਹੈਗੇ ਆਗੇ। ਹਾਂ, ਕੀ ਸਮਝਦੇ ਹੋ ਤੁਸੀਂ, ਕਿਉਂ ਜ਼ਰੂਰੀ ਹੈ? ਪੂਰੀ ਤਰ੍ਹਾਂ ਸਵਸਥ ਨਹੀਂ, ਪਰ ਇਹ ਵੀ ਸਮਝਦਾ ਵੀ ਮੈंने ਆਪਣੀ ਜ਼ਿੰਮੇਵਾਰੀ ਉਹ ਕਰਨੀ ਹੈ। ਬਿਲਕੁਲ ਜੀ ਬਿਲਕੁਲ। ਸਾਡੇ ਸੈਕਟਰ 39 ਚੋਂ ਇਹ ਨੌਜਵਾਨ ਹੈਗਾ। ਬੇਸ਼ੱਕ ਇਹ ਥੋੜਾ ਜਿਹਾ ਬੋਲਣ 'ਚ ਦਿੱਕਤ ਹੈ, ਪਰ ਆਪਦੇ ਵੱਲੋਂ ਜੋ ਨਾਅਰੇ ਦਾ ਜਵਾਬ ਇਹਨਾਂ ਨੂੰ ਦਿਲ ਕਰਦਾ ਦੇਣ ਨੂੰ ਉਹ ਦਿੰਦੇ ਆ। ਰੋਜ਼ ਅਸੀਂ ਧਰਨਾ ਲਾਉਂਦੇ ਆ, ਪਿਛਲੇ 1.5 ਮਹੀਨੇ ਤੋਂ ਅਸੀਂ ਧਰਨਾ ਚੱਲ ਰਿਹਾ, ਡੇਲੀ ਇਹ ਧਰਨੇ ਦੇ ਵਿੱਚ ਸ਼ਾਮਲ ਹੁੰਦਾ ਇਹ ਨੌਜਵਾਨ। ਬਿਲਕੁਲ ਤੁਸੀਂ ਦੇਖੋ ਕਿ ਨੌਜਵਾਨ ਪੂਰਾ ਬੋਲ ਨਹੀਂ ਪਾਉਂਦਾ, ਪਰ ਇਹ ਵੀ ਇਹ ਸਮਝਦਾ, ਕਹਿੰਦਾ ਵੀ ਨਹੀਂ ਮੈਂ ਕਿਸਾਨਾਂ ਦੇ ਨਾਲ ਖੜਾ ਤੇ ਬੜਾ ਵੱਡੀ ਗੱਲ ਹੈ ਆਪਣੇ ਆਪ ਦੇ ਵਿੱਚ ਕਹਿ ਜੇ ਕਹੀਏ। ਤੁਸੀਂ ਦੇਖੋ ਕਿ ਕਿਸਾਨੀ ਨੂੰ ਲੈ ਕੇ ਇਹ ਵੀ ਗੱਲ ਕਰਨਾ ਚਾਹੁੰਦਾ, ਕਹਿ ਸਕਦੇ ਆ ਕਿ ਦਿਲਾਂ ਸੱਟਾਂ ਵੱਜੀਆਂ ਨੇ ਜਦੋਂ ਲੋਕ ਇਹ ਗੱਲ ਹੁਣ ਜ਼ਿੰਮੇਵਾਰੀ ਨਾਲ ਸਮਝ ਰਹੇ ਨੇ ਤੇ ਸੜਕਾਂ ਤੇ ਤੁਸੀਂ ਦੇਖੋ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਦੇਖਣ ਨੂੰ ਮਿਲ ਰਿਹਾ। ਬੱਚੇ ਨੇ ਜਿਹੜੇ ਉਹਨਾਂ ਨੇ ਕਿਸਾਨੀ ਝੰਡੀਆਂ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ ਤੇ ਲੋਕ ਨੇ ਜਿਹੜੇ ਅਸਲ ਮਕਸਦ ਲੋਕਾਂ ਨੂੰ ਜਿਵੇਂ ਕਹੀਏ ਕਿ ਅੱਗੇ ਅਵੇਅਰ ਕਰਨ ਦਾ ਹੁੰਦਾਗਾ ਤਾਂ ਉਦੋਂ ਬਾਅਦ ਹੁਣ ਕਿਉਂਕਿ ਅੱਗੇ ਵੀ ਗੱਲ ਕਰ ਲੈਂਦੇ ਆ ਕਿਉਂਕਿ ਜਿਵੇਂ ਦੇਖਿਓ ਤੁਸੀਂ ਜਿਹੜੇ ਚੌਂਕਾਂ ਦੇ ਉੱਤੇ ਮਾਹੌਲ ਬਣਦਾ ਹੋਇਆ ਦਿਖ ਰਿਹਾ, ਕਿਸਾਨੀ ਦੀ ਆਵਾਜ਼ ਹਰ ਪਾਸੇ ਕਿਵੇਂ ਬੁਲੰਦ ਆ। ਤੁਸੀਂ ਇਹ ਦੇਖੋ ਕਿ ਆਪ ਨੇ ਜਿਹੜੇ ਲੋਕ ਚੱਲ ਕੇ ਆਏ ਹੋਏ ਨੇਗੇ ਤੇ ਕਿਤੇ ਨਾ ਕਿਤੇ ਜਿਹੜੇ ਕਿਸਾਨੀ ਝੰਡੇ ਨੇ ਜਿਹੜੇ ਉਹ ਝੂਰ ਰਹੇ ਹੈਗੇ ਨੇਗੇ ਤੇ ਨਾਲੋਂ ਨਾਲ ਕਿਹਾ ਜਾ ਸਕਦਾ ਕਿ ਇੱਕ ਪੂਰਾ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਹਰ ਕੋਈ ਕਹਿੰਦਾ ਗੱਲ ਜ਼ਮੀਨ ਦੀ ਨਹੀਂ ਜ਼ਮੀਰ ਦੀ ਹੈ ਤੇ ਇਹੀ ਜੇ ਕਹੀਏ ਕਿ ਤੁਸੀਂ ਦੇਖੋ ਕਿ ਹਰ ਕਿਸੇ ਦੀ ਕੋਸ਼ਿਸ਼ ਇਹ ਆ। ਅੱਗੇ ਬਜ਼ੁਰਗ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਆਖਰ ਬਜ਼ੁਰਗਾਂ ਨੇ ਜੇ ਕਿ ਪੂਰੇ ਗੱਲ ਕਣਕ ਦੀ ਨਹੀਂ ਹੈਗੀ, ਗੱਲ ਅਣਖ ਦੀ ਆ। ਬਜ਼ੁਰਗੋ ਕਿਵੇਂ ਦੇਖਦੇ ਹੋ ਪੋਸਟਰ ਗੱਲ ਲਿਖਿਆ ਹੋਇਆ ਵੀ ਜ਼ਮੀਨ ਦੀ ਨਹੀਂ ਜ਼ਮੀਰ ਦੀ ਆ, ਕਣਕ ਦੀ ਨਹੀਂ ਅਣਖ ਦੀ ਆ, ਕੀ ਸਮਝਦੇ ਹੋ ਤੁਸੀਂ? ਜਿਵੇਂ ਕਿਹੜੇ ਜਜ਼ਬਾਤਾਂ ਦੇ ਨਾਲ ਤੁਸੀਂ ਉਰੇ ਪਹੁੰਚੇ ਹੋ ਅੱਜ, ਕੀ ਸਮਝਦੇ ਹੋ ਵੀ ਕਿਉਂ ਉਰੇ ਖੜਨਾ ਜ਼ਰੂਰੀ ਆ? ਇਹ ਸਾਨੂੰ ਇੱਥੇ ਤਾਂ ਖੜਨਾ ਪੈ ਗਿਆ ਜੀ। ਇੱਥੇ ਜਿਹੜੀ ਸਾਡੀ ਜ਼ਮੀਨ ਹੈਗੀ ਉਹ ਜਿਹੜੇ ਅਡਵਾਨੀ ਹੈ ਉਹਨਾਂ ਦੇ ਗਲ ਪਾਉਣ ਨੂੰ ਫਿਰਦੇ ਜੀ। ਇਹ ਸਾਡਾ ਤਾਂ ਰੋਲ ਹੀ ਖਤਮ ਹੋ ਜਾਣਾ ਜੀ ਜੇ ਉਹਨਾਂ ਨੂੰ ਚੱਲੇਗੀ। ਸਾਡਾ ਤਾਂ ਰੋਲ ਹੀ ਖਤਮ ਹੈ। ਅਸੀਂ ਤਾਂ ਮਜ਼ਦੂਰੀ ਕਰੂਗੇ ਖੇਤੀ 'ਚ, ਆਪਣੀ ਖੇਤੀ ਹੋ ਕੇ ਵੀ ਤਾਂ ਮਜ਼ਦੂਰੀ ਕਰੂਗੇ ਜੀ ਅਸੀਂ ਖੇਤਾਂ 'ਚ ਜਾ ਕੇ। ਇਹ ਲੱਗਦਾ ਵੀ ਮਜ਼ਦੂਰ ਬਣਾ ਦੇਣਗੇ? ਮਜ਼ਦੂਰ ਬਣਾਉਂਗੇ ਜੀ, ਉਹ ਤਾਂ ਬਣੇ ਵੀ ਪਏ ਆ ਜੀ। ਫਿਰ ਜੇ ਇਹ ਕਾਲੇ ਕਾਨੂੰਨ ਇਹ ਰੱਦ ਹੋਣੇ ਚਾਹੀਦੇ ਜੀ, ਕਿਸੇ ਵੀ ਹਾਲਤ ਰੱਦ ਕਰਨੇ ਚਾਹੀਦੇ ਗਵਰਨਮੈਂਟ ਨੂੰ। ਬਿਲਕੁਲ ਤੁਸੀਂ ਇਹ ਬਿਨਾਂ ਪੁੱਛੋਂ ਹੀ ਸਾਤੋਂ ਜ਼ਿਮੀਂਦਾਰ ਤੋਂ ਬਿਨਾਂ ਪੁੱਛੋਂ ਹੀ ਇਹਨਾਂ ਨੇ ਆਪਣੇ ਆਪ ਹੀ ਇੱਕੋ ਰਾਤ 'ਚ ਕਰਤੇ ਜੀ। ਪੂਰੇ ਇੱਕੋ ਰਾਤ ਆਪਣੇ ਬਣਾ ਕੇ ਕਰਤੇ ਜੀ। ਕੋਰਟ ਨੇ ਕੋਈ ਸੰਸਦ ਨਹੀਂ ਬੁਲਾਇਆ, ਕੋਈ ਕੁਛ ਨਹੀਂ ਬੁਲਾਇਆ ਜੀ। ਪੁੱਛਿਆ ਨਹੀਂ, ਕਹਿੰਦੇ ਜ਼ਿਮੀਂਦਾਰਾਂ ਨੂੰ ਪੁੱਛਿਆ ਹੀ ਨਹੀਂ ਹੈਗਾ। ਜ਼ਿਮੀਂਦਾਰ ਦਾ ਜਮਾ ਹੀ ਪੁੱਛਿਆ ਨਹੀਂ ਜੀ ਇਹਨਾਂ ਨੇ ਕਾਸੀ ਗੱਲ ਵਿੱਚ।
ਬਿਲਕੁਲ ਇਹ ਕਹਿੰਦੇ ਸੰਸਦ ਮੈਂਬਰਾਂ ਨੂੰ ਨਹੀਂ ਪੁੱਛਿਆ, ਜ਼ਿਮੀਂਦਾਰ ਨੂੰ ਨਹੀਂ ਪੁੱਛਿਆ ਹੈਗਾ। ਤੁਸੀਂ ਦੇਖੋ ਵੀਰ ਨੇ ਬੜੀ ਗੱਲ ਜਿਹੜੀ ਹੈ ਕਿ ਲਿਖੀ ਹੋਈ ਹੈ ਕਿ ਇੱਕ ਸੋਚਣ ਨੂੰ ਮਜਬੂਰ ਕਰ ਦਿੰਦੀ ਹੈ ਕਿ ਗੱਲ ਕਣਕ ਦੀ ਨਹੀਂ, ਗੱਲ ਅਣਖ ਦੀ ਆ। ਵੀਰ ਸਮਝਦੇ ਹੋ ਵੀ ਹੁਣ ਗੱਲ ਅਣਖ ਤੇ ਆ ਗਈ, ਇਹ ਸਮਝਦੇ ਹੋ? ਬਿਲਕੁਲ ਜੀ ਬਿਲਕੁਲ, ਅਣਖ ਦੀ ਇਸ ਕਰਕੇ ਹੈ ਕਿਉਂਕਿ ਕਿਸਾਨਾਂ ਨੂੰ ਇਹਨਾਂ ਦਾ MSP ਜੋ ਵੀ ਹੈ ਰੇਟ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਨਹੀਂ ਮਿਲ ਰਿਹਾ। ਹੁਣ ਅਣਖ ਦੀ ਇਸ ਕਰਕੇ ਆ ਗਈ ਕਿ ਅਸੀਂ MSP ਵੀ ਲੈ ਕੇ ਆਵਾਂਗੇ ਜੀ। ਅੱਛਾ, ਵੀ ਗੱਲ ਇਕੱਲੇ ਹੁਣ ਕਾਨੂੰਨ ਰੱਦ ਕਰਾਉਣ ਦੀ ਨਹੀਂ ਹੈਗੀ, MSP ਵੀ ਜ਼ਰੂਰੀ ਹੈ। MSP ਜੋ ਵੀ ਹੈ ਉਹ ਜ਼ਰੂਰੀ ਹੈ ਜੀ। ਬਿਲਕੁਲ ਇਹ ਕਹਿੰਦੇ ਵੀ MSP ਜਦੋਂ ਜ਼ਰੂਰੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪੂਰਾ ਕਿਤੇ ਨਾ ਕਿਤੇ ਕਿਸਾਨ ਐਜੀਟੇਸ਼ਨ ਕਰ ਰਹੇ ਨੇ ਤਾਂ ਉਹਦੇ ਵਿੱਚ ਹੁਣ ਕਾਨੂੰਨ ਰੱਦ ਦੀ ਤਾਂ ਹੈਗੀ ਆ, MSP ਹੈ ਜਿਹੜੀ ਇਨਸ਼ੋਰ ਕੀਤੀ ਜਾਵੇ, ਇਹ ਵੀ ਨਾਲੋਂ ਨਾਲ ਲੈ ਕੇ ਚੱਲੇ ਆ। ਕਿਤੇ ਇਹ ਕਿਹਾ ਜਾ ਸਕਦਾ ਤੁਸੀਂ ਇੱਕ ਜਿਹੜੀਆਂ ਤਸਵੀਰਾਂ ਨੇ ਆਪਣੇ ਆਪ ਦੇ ਵਿੱਚ ਬੋਲਦੀਆਂ ਨੇ ਕਿ ਕਿਵੇਂ ਜਿਹੜਾ ਨੇ ਕਿ ਲੋਕ ਆਪ ਮੁਹਾਰੇ ਹੋ ਕੇ ਉਰੇ ਇਕੱਠੇ ਹੋਏ ਨੇਗੇ ਤੇ ਨਾਲੋਂ ਨਾਲ ਕਿਹਾ ਜਾ ਸਕਦਾ ਕਿ ਅਲੱਗ ਜਿਹੜੇ ਚੌਂਕ ਦੇ ਸਾਰੇ ਪਾਸੇ ਜਿਵੇਂ ਤਿੰਨ ਵੀਰ ਉਧਰ ਖੜੇ ਨੇ, ਤਿੰਨ ਚਾਰ ਦੂਸਰੇ ਪਾਸੇ ਨੂੰ ਖੜੇ ਨੇ, ਤਾਂ ਪੂਰੇ ਚੌਂਕ ਦੇ ਉੱਤੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰੀਏ ਕਿਉਂਕਿ ਉਹਨਾਂ ਨੂੰ ਲੱਗਦਾ। ਇਹ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਈਏ ਕਿ ਇਹ ਮੋਹਾਲੀ ਪੰਜਾਬ ਚੰਡੀਗੜ੍ਹ ਦੀ ਹੱਦ ਕਹਿ ਸਕਦੇ ਹਾਂ ਕਿਉਂਕਿ ਇਸ ਤੋਂ ਬਾਅਦ ਜਦੋਂ ਥੋੜਾ ਜਿਹਾ ਅੱਗੇ ਜਾਂਦੇ ਆ ਤਾਂ ਮੋਹਾਲੀ ਸ਼ੁਰੂ ਹੋ ਜਾਂਦਾ ਤੇ ਕਿਤੇ ਨਾ ਕਿਤੇ ਕੋਸ਼ਿਸ਼ ਇਹੀ ਹੈ ਕਿ ਆਖਰਕਾਰ ਜਿੱਥੇ ਵੀ ਲੋਕ ਲੰਘਦੇ ਨੇ, ਚਾਹੇ ਦੋਨੇ ਸੂਬਿਆਂ ਦੇ ਵਿੱਚ ਗੱਲ ਕੀਤੀ ਜਾਵੇ, ਇੱਕ ਤਰ੍ਹਾਂ ਦੀ ਚੰਡੀਗੜ੍ਹ ਪੰਜਾਬ ਦੇ ਲੋਕ ਜਦੋਂ ਆਉਂਦੇ ਜਾਂਦੇ ਨੇ ਤਾਂ ਉਹਨਾਂ ਤੱਕ ਇਹ ਮੈਸੇਜ ਹੈ ਜਿਹੜਾ ਉਹ ਪਹੁੰਚੇ। ਇਹ ਇੱਕ ਕੋਸ਼ਿਸ਼ ਹੈ ਜਿਹੜੀ ਉਹ ਲੈ ਕੇ ਚੱਲੇ ਹੈਗੇ ਨੇਗੇ ਤੇ ਨਾਲੋਂ ਨਾਲ ਤੁਸੀਂ ਦੇਖੋ ਕਿ ਇਹ ਪੂਰੇ ਮਾਹੌਲ ਦੇ ਵਿੱਚ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਕਿ ਜਿਉਂ-ਜਿਉਂ ਦਿਨ ਹੁਣ ਵੱਧ ਰਹੇ ਨੇ ਉਵੇਂ-ਉਵੇਂ ਲੋਕਾਂ 'ਚ ਜੋਸ਼ ਵੱਧ ਰਿਹਾ, ਜਜ਼ਬਾ ਵੱਧ ਰਿਹਾ ਤੇ ਇਹੀ ਲੱਗਦਾ ਕਿ ਚੌਂਕ ਦੇ ਇਸ ਪਾਰ ਹੋਵੇ, ਦੂਜੇ ਪਾਸੇ ਹੋਵੇ, ਕਿੱਧਰ ਮਰਜ਼ੀ ਨੂੰ ਤੁਸੀਂ ਨਜ਼ਰ ਘੁਮਾ ਲਓ, ਸਾਰੇ ਪਾਸੇ ਤੁਹਾਨੂੰ ਇਹੀ ਚੀਜ਼ ਦੇਖਣ ਨੂੰ ਮਿਲੇਗੀ। ਕਿਸਾਨੀ ਦੀ ਗੱਲ ਹੁੰਦੀ ਹੋਈ ਦਿਖੂਗੀ ਤੇ ਨੋ ਫਾਰਮਰ ਨੋ ਫੂਡ ਨੋ ਫਿਊਚਰ। ਇਹ ਤਾਂ ਖੈਰ ਜੇ ਕਹੀਏ ਕਿ ਸਾਰੇ ਲੋਕ ਹੁਣ ਸਮਝ ਚੁੱਕੇ ਨੇ। ਕਿਸਾਨੀ ਝੰਡੇ ਲਾਈ ਤੁਸੀਂ ਦੇਖੋ ਕਿ ਗੱਡੀਆਂ ਉਹ ਵੀ ਲੋਕ ਨੇ ਜਿਹੜੇ ਬਹੁਤ ਲੰਘ ਰਹੇ ਨੇਗੇ, ਜਿੰਨੀਆਂ ਵੀ ਗੱਡੀਆਂ ਨੇਗੀਆਂ ਲੰਘਦੀਆਂ ਨੇਗੀਆਂ ਉਹਨਾਂ ਦੇ ਕਿਸਾਨੀ ਝੰਡੇ, ਕਿਸਾਨੀ ਸਟicker ਨੇ ਲੱਗੇ ਹੋਏ ਨੇ ਤੇ ਆਪਣੇ ਆਪ ਦੇ ਵਿੱਚ ਕਿਹਾ ਜਾ ਸਕਦਾ ਆਉਂਦੇ ਜਾਂਦੇ ਲੋਕ ਉਹ ਵੀ ਹੱਲਾਸ਼ੇਰੀ 'ਚ ਕੋਈ ਨਾਰਾ ਮਾਰਦਾ, ਕੋਈ ਹੌਰਨ ਮਾਰਦਾ ਕਿਉਂਕਿ ਇਹਨਾਂ ਨੇ ਲਿਖਿਆ ਹੋਇਆ ਕਿ ਜੇ ਤੁਸੀਂ ਕਿਸਾਨਾਂ ਦੇ ਨਾਲ ਹੋ ਤਾਂ ਹਾਰਨ ਮਾਰੋ। ਤਾਂ ਇਹ ਇੱਕ ਤਸਵੀਰ ਆਪਣੇ ਆਪ ਦੇ ਵਿੱਚ ਸੋਚਣ ਲਈ ਮਜਬੂਰ ਕਰ ਦਿੰਦੀ ਆ ਕਿ ਤੁਸੀਂ ਆਹ ਦੇਖੋ ਕਿੰਨੀ ਜਿਵੇਂ ਹੁਣ ਪਿੱਛੇ ਮੁੰਡਾ ਬੁਲਟ ਤੇ ਆ ਰਿਹਾ ਜਾਂ ਗੱਡੀਆਂ ਲੰਘ ਰਹੀਆਂ ਨੇਗੀਆਂ, ਹਰੇਕ ਤੇ ਤੁਹਾਨੂੰ ਕਿਸਾਨੀ ਝੰਡੇ ਨੇ ਜਿਹੜੇ ਉਹ ਝੂਲਦੇ ਦਿਖਣਗੇ ਤੇ ਹਰ ਪਾਸੇ ਨੂੰ ਜਾਂਦਾ। ਤੇ ਦੇਖੋ ਤੁਸੀਂ ਪਰਿਵਾਰ ਦੇ ਨਾਲ ਜੇ ਕੋਈ ਜਾ ਰਿਹਾ ਉਹ ਵੀ ਨਾਰਾ ਮਾਰ ਕੇ ਜਾ ਰਿਹਾ ਤਾਂ ਕਿਹਾ ਜਾ ਸਕਦਾ ਕਿ ਹਰ ਕੋਈ ਆਪਣੀ ਜ਼ਿੰਮੇਵਾਰੀ ਸਮਝ ਰਿਹਾ। ਦੂਜੇ ਪਾਸੇ ਨੂੰ ਚੱਲਦੇ ਆ, ਦੂਜੇ ਪਾਸੇ ਦੇਖਦੇ ਆ ਕਿਉਂਕਿ ਸਾਰੇ ਪਾਸੇ ਜੇ ਚੌਂਕ ਤੇ ਅਸੀਂ ਜਦੋਂ ਨਜ਼ਰ ਮਾਰਦੇ ਆ ਤਾਂ ਸਾਰੇ ਪਾਸੇ ਇਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ। ਚੰਡੀਗੜ੍ਹ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖੋ ਕਿ ਕਿਵੇਂ ਲੋਕ ਨੇ ਜਿਹੜੇ ਲੰਘਦੇ ਟੱਪਦੇ ਵੀ ਨਾਰੇ ਮਾਰ ਰਹੇ ਨੇਗੇ। ਵੀਰ ਬੜੇ ਦਿਨਾਂ ਤੋਂ ਦੇਖ ਰਹੇ ਆ ਵੀ ਹਰੇਕ ਚੌਂਕ ਤੇ ਹਰੇਕ ਤੇ ਖੜੇ ਹੁੰਦੇ ਹੋ, ਲੋਕਾਂ ਦਾ ਰਿਸਪੌਂਸ ਕੀ ਰਹਿੰਦਾ? ਲੋਕਲ ਦਾ ਰਿਸਪੌਂਸ ਸਾਡੇ ਲਈ ਬਹੁਤ ਵਧੀਆ ਹੈ। ਪਹਿਲਾਂ ਉਰੇ ਇੱਕ ਬੰਦੇ ਤੋਂ ਦੋ ਹੋਏ, ਦੋ ਤੋਂ ਤਿੰਨ ਹੋਏ, ਅਸੀਂ ਰੋਜ਼-ਰੋਜ਼ ਖੜ ਰਹੇ ਹਾਂ। ਅਗਰ ਜੇ ਕੋਈ ਦਿੱਲੀ ਨਹੀਂ ਜਾ ਸਕਦਾ, ਸਾਡਾ ਕਹਿਣ ਦਾ ਮਤਲਬ ਹੈ ਉਹ ਸਾਡੇ ਨਾਲ ਰੋਸ 'ਚ ਆਵੇ ਤੇ ਸਾਡੇ ਨਾਲ ਕਿਸਾਨਾਂ ਦਾ ਸਮਰਥਨ ਕਰੇ। ਯਾਨੀ ਕਿ ਤੁਹਾਡੀ ਕੋਈ ਯੂਨੀਅਨ ਨਹੀਂ ਹੈਗੀ, ਤੁਸੀਂ ਇੱਕ ਦੂਜੇ ਨੂੰ ਦੇਖੋ ਤੇ ਇਕੱਠੇ ਹੋ ਗਏ ਫਿਰ ਜਿਹੜੇ ਲੋਕ? ਸਾਡੀ ਯੂਨੀਅਨ ਹੈਗੀ ਹੈ, ਸਾਡੀ ਯੂਨੀਅਨ ਵੀ ਹੈਗੀ ਹੈ ਬਣੀ ਹੋਈ ਸਾਰੀ। ਸਾਡੇ ਕੁਝ ਬੰਦੇ ਦਿੱਲੀ ਪਹੁੰਚੇ ਹੋਏ ਹੈ, ਜਿਹੜੇ ਨਹੀਂ ਦਿੱਲੀ ਜਾ ਸਕਦੇ ਉਹ ਉਰੇ ਤੋਂ ਹੀ ਸਮਰਥਨ ਦੇ ਰਹੇ ਆ ਉਹਨਾਂ ਦਾ, ਕਿਸਾਨਾਂ ਦਾ। ਇਸ ਕਰਕੇ ਉਰੇ ਸਾਨੂੰ ਦੇਖ ਕੇ ਹੋਰ ਯੂਥ ਵੀ ਡੇਲੀ ਦਾ ਡੇਲੀ ਇਕੱਠਾ ਹੋ ਰਿਹਾ। ਦੇਖਦੇ ਹੋ ਗੱਡੀਆਂ ਤੇ ਹੁਣ ਤਾਂ ਝੰਡੀਆਂ ਬੜੀਆਂ, ਸਟicker ਬੜੇ ਲੱਗੇ ਹੁੰਦੇ ਨੇ, ਕੋਈ ਹੱਥ ਖੜਾ ਕਰਕੇ ਜਾਂਦਾ, ਕੋਈ ਹੱਲਾਸ਼ੇਰੀ ਦੇ ਕੇ ਜਾਂਦਾ। ਹਾਂਜੀ ਹਾਂਜੀ, ਸਾਰੇ ਦੇ ਕੇ ਜਾਂਦੇ ਆ ਵੀਰ ਮੇਰੇ ਜਿਹੜੇ ਪੰਜਾਬ ਤੋਂ ਆਉਂਦੇ ਜੀ, ਸਾਰੇ ਦੇ ਕੇ ਜਾਂਦੇ ਆ ਸਾਨੂੰ। ਜਿਹੜੇ ਵੀ ਇੱਧਰੋਂ ਆ ਰਹੇ ਨੇ ਸਾਰਾ ਹੱਥ ਮਾਰ ਕੇ ਜਾਂਦੇ ਨੇ ਜੀ, ਕਈ ਨਾਰੇ ਵੀ ਲਾ ਕੇ ਜਾਂਦੇ ਨੇ ਜੀ। ਲੋਕਾਂ 'ਚ ਹੈਗਾ ਜਜ਼ਬਾ ਪੂਰਾ, ਰਿਸਪੌਂਸ ਪੂਰਾ ਹੈ ਜੀ, ਫੁੱਲ ਰਿਸਪੌਂਸ ਮਿਲ ਰਿਹਾ ਜੀ ਸਾਨੂੰ। ਪਬਲਿਕ ਤੋਂ ਲਾ ਲਓ, ਟ੍ਰੈਫਿਕ ਤੋਂ ਲਾ ਲਓ, ਗੱਡੀਆਂ ਜਾ ਰਹੀਆਂ ਨੇ, ਝੰਡੇ ਲਾਏ ਹੋਏ ਆ ਗੱਡੀਆਂ ਦੇ ਉੱਤੇ, ਤਾਂ ਸਾਨੂੰ ਫੁੱਲ ਰਿਸਪੌਂਸ ਹੈਗਾ ਇਸ ਚੀਜ਼ ਦਾ। ਕੋਈ ਇਹ ਗੱਲ ਨਹੀਂ ਹੈਗੀ ਦੋਹਰਾਏ ਵਾਲੀ ਕਿ ਰਿਸਪੌਂਸ ਨਹੀਂ ਹੈਗਾ, ਸਾਨੂੰ ਫੁੱਲ ਰਿਸਪੌਂਸ ਹੈ ਇਸ ਗੱਲ ਦਾ। ਬਿਲਕੁਲ ਰਿਸਪੌਂਸ ਕਹਿੰਦੇ ਨੇ ਵੀ ਪੂਰਾ ਮਿਲਦਾ। ਤੁਸੀਂ ਦੂਜੇ ਪਾਸੇ ਦੇਖੋ, ਉਸ ਪਾਸੇ ਨੂੰ ਵੀ ਹੈ ਜਿਹੜਾ ਮੁੰਡੇ ਖੜੇ ਨੇ ਜਾਂ ਦੂਜੇ ਪਾਸੇ ਨੂੰ ਹੋਵੇ, ਚੌਂਕ ਜਿਹੜੇ ਨੇ ਕਿ ਸਾਰੇ ਕਿਤੇ ਨਾ ਕਿਤੇ ਦੇਖਦੇ ਨੇ ਕਿ ਵੀ ਕਿਸਾਨੀ ਅੰਦੋਲਨ ਦੇ ਜਿਹੜੇ ਨਾਰੇ ਨੇ ਉਹ ਵੱਜਦੇ ਦਿਖ ਰਹੇ ਨੇ। ਤੇ ਤੁਸੀਂ ਆਪ ਦੇਖੋ ਕਿ ਇਹ ਕਹਿੰਦੇ ਪਹਿਲਾਂ ਇੱਕ ਦੋ ਦੋ ਖੜਦੇ ਹੁੰਦੇ ਸੀ, ਹੌਲੀ ਹੌਲੀ ਦੇਖੋ ਜਦੋਂ ਬਾਕੀਆਂ ਨੇ ਵੀ ਸਮਝਿਆ ਕਿ ਹਾਂ ਅਸੀਂ ਇਕੱਠੇ ਹੋ ਕੇ ਫਿਰ ਖੜਨੇ ਸ਼ੁਰੂ ਹੋਏ। ਲਿਖਿਆ ਮੁੰਡੇ ਨੇ ਆਏ ਗਏ ਨੂੰ ਦੇਖ ਚਰੀ, ਸਿਰ ਚੜੇ ਨੂੰ ਤੇਗ ਪੱਕੀ। ਪੁੱਛ ਲੈਣੇ ਮੁੰਡੇ ਨੂੰ ਕੀ ਬਾਈ ਇਹ ਲਿਖਿਆ ਕੀ ਹੋਇਆ, ਕੀ ਮੈਸੇਜ ਹੈ? ਮੈਸੇਜ ਹੈ ਆਏ ਗਏ ਨੂੰ ਦੇਗ ਪੱਕੀ, ਸਿਰ ਚੜੇ ਨੂੰ ਤੇਗ ਪੱਕੀ। ਤੇ ਫਿਰ ਕੀ ਮਾਇਨੇ ਕੀ ਸਮਝਾ ਰਹੇ ਹੋ ਲੋਕਾਂ ਨੂੰ ਇਹਦੇ ਤੁਸੀਂ? ਅਸੀਂ ਸਮਝਾ ਰਹੇ ਹਾਂ ਜਿਹੜਾ ਸਾਡੇ ਨਾਲ ਗਲਤ ਕਰੇਗਾ ਜੀ ਉਹਨੂੰ ਦੇਗ ਪੱਕੀ ਹੈ ਜੀ। ਬਿਲਕੁਲ ਤੁਸੀਂ ਦੇਖੋ ਕਿ ਇੱਕ ਰੋਸ਼ ਜੇ ਕਹੀਏ ਕਿ ਇਸ ਤਰ੍ਹਾਂ ਦੇ ਨਾਲ ਆ ਵੀ ਜੇ ਕੋਈ ਸਾਡੇ ਨਾਲ ਗਲਤ ਕਰਦਾ ਤਾਂ ਕੀ ਹੋਣਾ, ਅਸੀਂ ਕਿਸਾਨਾਂ ਦੇ ਨਾਲ ਆ, ਕਿਸਾਨ ਨਹੀਂ ਤਾਂ ਇਨਸਾਨ ਨਹੀਂ ਹੈਗਾ। ਲੋਕ ਸਮਝੇ ਨੇ ਇਹ ਗੱਲ, ਤੁਸੀਂ ਤਾਂ ਬੈਨਰ ਲਈ ਖੜੇ ਹੋਗੇ, ਲੋਕ ਜਿਹੜੇ ਲੰਘਦੇ ਨੇ ਉਰੋਂ ਸਮਝਾਉਣ ਵਾਸਤੇ ਖੜੇ ਆ ਅਸੀਂ
ਜਦ ਤੱਕ ਮੋਦੀ ਸਾਡਾ ਹੱਕ ਨਹੀਂ ਦੇਵਾਂਗੇ ਅਸੀਂ ਨਹੀਂ ਬੈਠਾਂਗੇ। ਜ਼ਰੂਰ ਪਈ ਸਾਨੂੰ 26 ਜਨਵਰੀ ਦਿੱਲੀ ਵੀ ਜਾਣਾ ਪਏ, ਪਰ ਅਸੀਂ ਆਪਣਾ ਹੱਕ ਲਵਾਂਗੇ। ਉਸੇ ਮਹੀਨੇ ਕੇ ਬਾਅਦ ਉਰਾ 4 ਜਾਂ 5 ਜਣੇ ਖੜਦੇ ਤੇ, ਹੁਣ ਤੁਸੀਂ ਅੱਜ ਖੁਦ ਹੀ ਅੱਖਾਂ ਆਪਣੇ ਨਾਲ ਦੇਖ ਸਕਦੇ ਹੋ ਕਿੰਨੀ ਹੋ ਗਈ ਸੰਗਤ। ਲੋਕ ਆ ਰਹੇ ਨੇ ਲੋਕ ਆ ਰਹੇ ਨੇ, ਤੁਹਾਡੇ ਸਾਹਮਣੇ ਲੰਗਰ ਲੱਗ ਰਹੇ ਨੇ। ਬਿਲਕੁਲ ਤੁਸੀਂ ਦੇਖੋ ਕਿ ਲਗਾਤਾਰ ਲੋਕ ਮੁੰਡੇ ਆਹ ਦੇਖੋ ਤੁਸੀਂ ਕਿੰਨੀਆਂ ਝੰਡੀਆਂ ਵਾਲੀਆਂ ਗੱਡੀਆਂ, ਇਹ ਖੈਰ ਇਹ ਇਹਨਾਂ ਦੇ ਨਾਲ ਦੀਆਂ ਨਹੀਂ, ਪਰ ਜਿਹੜੀਆਂ ਲੰਘ ਰਹੀਆਂ ਨੇ ਗੱਡੀਆਂ ਤੇ ਝੰਡੇ ਸਾਰੀਆਂ ਤੇ ਲੱਗੇ ਹੋਏ ਨੇ। ਹਰ ਪਾਸੇ ਜਦੋਂ ਦੇਖਦੀਆਂ ਨਜ਼ਰ, ਸਭ ਤੋਂ ਵੱਡੀ ਗੱਲ ਹੁੰਦੀ ਹੈ ਜਦੋਂ ਕੋਈ ਵੀ ਮੂਵਮੈਂਟ ਚੱਲਦੀ ਹੈ ਕਿ ਜਦੋਂ ਲੋਕ ਆਪ ਮੁਹਾਰੇ ਸਮਝ ਲੈਣ ਇਸ ਚੀਜ਼ ਨੂੰ, ਤੇ ਜਦੋਂ ਲੰਘਦੇ ਨੇਗੇ ਤਾਂ ਕੋਈ ਨਾਰਾ ਮਾਰ ਕੇ ਜਾਂਦਾ, ਕੋਈ ਹੱਲਾਸ਼ੇਰੀ ਦੇ ਕੇ ਜਾਂਦਾ, ਤਾਂ ਇਹ ਬੜੀ ਇੱਕ ਤਸਵੀਰ ਵਿਲੱਖਣ ਕਹਿ ਸਕਦੇ ਆਂਗੇ ਕਿ ਇਹ ਮੂਵਮੈਂਟ ਦੇ ਵਿੱਚ ਜਦੋਂ ਬਹੁਤ ਵੱਡੀ ਇੱਕ ਜਿੱਤ ਹੁੰਦੀ ਹੈ ਕਿਸੇ ਮੂਵਮੈਂਟ ਦੀ, ਜਦੋਂ ਲੋਕ ਆਪ ਮੁਹਾਰੇ ਹੋ ਕੇ ਸਮਝਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦੇਣ, ਤਾਂ ਕਹਿ ਸਕਦੇ ਹਾਂ ਇਹ ਤਸਵੀਰਾਂ ਹੌਲੀ ਹੌਲੀ ਪੂਰੇ ਜਗ੍ਹਾ ਤੇ ਅਸੀਂ ਵੀ ਦੇਖਦੇ ਹੁੰਦੇ ਸੀ। ਚੰਡੀਗੜ੍ਹ ਇੱਕ ਦੋ ਥਾਵੇਂ ਇਹ ਦੇਖਣ ਨੂੰ ਮਿਲਦੀਆਂ ਸੀ, ਪਰ ਹੁਣ ਮੈਕਸਿਮਮ ਚੌਂਕਾਂ ਦੇ ਉੱਤੇ ਕੋਈ ਪਰਿਵਾਰ ਦੇ ਲੋਕ, ਕੋਈ ਯੂਨੀਅਨ ਵਾਲੇ ਨਹੀਂ ਕਹਿ ਸਕਦੇ ਹੈਗੇ ਇਹਨਾਂ ਨੂੰ, ਕਿਉਂਕਿ ਕੋਈ ਹੈ, ਕੋਈ ਕਿਸੇ ਪਰਿਵਾਰ ਚੋਂ ਆਉਂਦਾ, ਕੋਈ ਕਿਸੇ ਪਰਿਵਾਰ ਚੋਂ ਆਉਂਦਾ, ਤਾਂ ਉਸ ਤੋਂ ਬਾਅਦ ਲਗਾਤਾਰ ਹੁਣ ਇਹ ਜਿਹੜਾ ਜਮਾਵੜਾ ਉਹ ਵੱਧਦਾ ਜਾ ਰਿਹਾ ਹੈ। ਲਓ ਜੀ, ਜਿਵੇਂ ਅਸੀਂ ਤੁਹਾਨੂੰ ਕਿਹਾ ਸੀ ਵੀ ਚੰਡੀਗੜ੍ਹ ਦੇ ਸਾਰੇ ਕੋਨੇ ਅੱਜ ਤੁਹਾਨੂੰ ਦਿਖਾਵਾਂਗੇ ਤਕਰੀਬਨ ਤਾਂ ਤੁਸੀਂ ਦੇਖੋ ਕਿ ਪਹਿਲਾਂ ਜਿਹੜਾ ਹੁਣ ਅੱਗੇ ਇਹ ਰੋਡ ਆ ਗਿਆ ਹੈਗਾ, ਉੱਥੇ ਵੀ ਤੁਸੀਂ ਆ ਮੁੰਡੇ ਦੇਖੋ ਕਿ ਕਿਸਵੇਂ ਜਿਹੜੇ ਨੇ ਹੱਥਾਂ 'ਚ ਬੈਨਰ ਲਈ ਖੜੇ ਨੇ, ਕਿਸਾਨੀ ਝੰਡੇ ਨੇ ਉਹਨਾਂ ਦੇ ਕੋਲੇ। ਇਹ ਮੁੰਡੇ ਨੂੰ ਦੇਖੋ ਤੁਸੀਂ ਕਿ ਇੱਕ ਪਾਸੇ ਖੰਡਾ ਸਾਹਿਬ ਵੀ ਫੜੇ ਹੋਏ ਆ ਹੱਥ ਦੇ ਵਿੱਚ, ਤੇ ਕਿਹਾ ਜਾ ਸਕਦਾ ਕਿ ਕਿਤੇ ਨਾ ਕਿਤੇ ਲੋਕਾਂ 'ਚ ਜਨੂਨ ਹੁਣ ਕਿਸ ਤਰ੍ਹਾਂ ਦੇ ਨਾਲ ਹੈ ਜਿਹੜਾ ਉਹ ਵਧਣਾ ਸ਼ੁਰੂ ਹੋ ਗਿਆ। ਤੁਸੀਂ ਆਪ ਦੇਖੋ ਕਿ ਇੱਕ ਸਮਾਂ ਜਦੋਂ ਚੁੱਪ ਰਹਿ ਕੇ ਜੇ ਇਸ ਮੁੰਡੇ ਨੂੰ ਦੇਖੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਵਾਲਾਂ ਦੇ ਜਵਾਬ ਨੇ ਜਿਹੜੇ ਉਹ ਮਿਲਦੇ ਹੋਏ ਦਿਖਾਈ ਦਿੰਦੇ ਨੇਗੇ। ਇਹ 39 ਤੋਂ ਅਸੀਂ ਆਏ ਹਾਂ, ਸੈਕਟਰ 39 ਤੋਂ। ਇਹ 38 ਦਾ ਜਿਹੜਾ ਚੌਂਕ ਹੈ ਸੈਕਟਰ 38 ਦਾ, ਤੇ ਉੱਥੇ ਇਹ ਜਿਹੜਾ ਨੌਜਵਾਨ ਹੈ ਖੜਾ ਹੈ, ਤੇ ਇਸੇ ਤਰ੍ਹਾਂ ਦੇ ਨਾਲ ਤੁਹਾਨੂੰ ਜੋ ਤਸਵੀਰ ਦਿਖਾਵਾਂਗੇ, ਕਿਉਂਕਿ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਮੈਂ ਵਾਰੀ-ਵਾਰੀ ਇਸ ਲਈ ਗੱਲ ਕਰਦਾ ਕਿਉਂਕਿ ਜਿੱਥੇ ਜੇ ਗੱਲ ਕੀਤੀ ਜਾਵੇ ਕਿਸਾਨੀ ਨਾਲ ਰਿਲੇਟਡ ਬਹੁਤ ਘੱਟ ਲੋਕ ਨੇ, ਪਰ ਹਾਂ ਕਿਸਾਨੀ ਦੇ ਨਾਲ ਜੁੜੇ ਹੋਏ, ਕਿਉਂਕਿ ਜਦੋਂ ਅੰਨ ਖਾਂਦਾ ਹਰੇਕ ਬੰਦਾ ਤਾਂ ਉਹ ਕਿਸਾਨੀ ਦੇ ਨਾਲ ਜੁੜਿਆ ਹੋਇਆ ਕਿਹਾ ਜਾ ਸਕਦਾ। ਤੇ ਇਹ ਤਸਵੀਰਾਂ ਕਹਿ ਸਕਦੇ ਆ ਕਿ ਮੁੰਡਾ ਬੜੇ ਸ਼ਾਂਤੀ ਨਾਲ ਖੜਾ, ਹੱਥ ਦੇ ਵਿੱਚ ਬੈਨਰ, ਉਹਨੇ ਨੋ ਫਾਰਮਰ ਨੂੰ ਫੂਡ ਫੜਿਆ, ਦੂਜੇ ਪਾਸੇ ਇਸੇ ਤਰ੍ਹਾਂ ਦੇ ਨਾਲ ਇਸ ਪਾਸੇ ਜਿਹੜਾ ਮੁੰਡਾ ਖੜਾ, ਤੇ ਕਹਿ ਸਕਦੇ ਆਂਗੇ ਕਿ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬੇहद ਖਾਸ ਨੇ। ਇਹ ਜਿਵੇਂ ਜਿਵੇਂ ਅਸੀਂ ਅੱਗੇ ਜਾ ਰਹੇ ਹਾਂ ਤਾਂ ਉਸੇ ਤਰਤੀਬ ਨਾਲ ਤੁਹਾਨੂੰ ਦਿਖਾ ਰਹੇ ਆਂਗੇ ਕਿ ਪੂਰਾ ਹਾਲ ਹੈ ਕਿ ਕਿਵੇਂ ਲੋਕ ਨੇ ਜਿਹੜੇ ਘਰੋਂ ਨਿਕਲ ਕੇ ਠੰਡ ਦੇ ਦਿਨਾਂ ਦੇ ਵਿੱਚ ਇਸ ਸਮੇਂ ਦੇ ਦੌਰਾਨ ਜਦੋਂ ਕਿਸੇ ਨੂੰ ਕੋਈ ਸਮਾਂ ਮਿਲਦਾ, ਜੇ ਕਹੀਏ ਆਪਦੇ ਕੰਮਕਾਜ ਤੋਂ ਛੁੱਟੀ ਮਿਲ ਜਾਂਦੀ ਤਾਂ ਆਮ ਲੋਕ ਜਾਂ ਤਾਂ ਪਰਿਵਾਰ ਦੇ ਕੰਮ ਜਾਂਦੇ ਨੇ ਜਾਂ ਫਿਰ ਜੇ ਕਹੀਏ ਕਿ ਘਰੇ ਬੈਠਣਾ ਜ਼ਿਆਦਾ ਪਸੰਦ ਕਰਦੇ ਨੇ, ਕਿਉਂਕਿ ਬਾਹਰ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਤੇ ਲੋਕ ਬਾਜ਼ਾਰਾਂ 'ਚ ਵੀ ਨਹੀਂ ਜਾਂਦੇ। ਪਰ ਕਿਸਾਨੀ ਅੰਦੋਲਨ ਨੇ ਲੋਕਾਂ ਦੀ ਇਹ ਸੋਚ ਵੀ ਬਦਲ ਕੇ ਰੱਖਤੀ ਕਿ ਜੇਕਰ ਹੁਣ ਕਿਸੇ ਕੋਲ ਕੋਈ ਸਮਾਂ ਹੈਗਾ ਤਾਂ ਕਿਵੇਂ ਲੋਕ ਨੇ ਜਿਹੜੇ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿਸਾਨੀ ਅੰਦੋਲਨ ਦੇ ਵਿੱਚ ਜ਼ਿੰਮੇਵਾਰੀ ਹੈ ਜਿਹੜੀ ਉਹਨੂੰ ਸਮਝਦੇ ਹੋਏ ਹੱਥਾਂ ਦੇ ਵਿੱਚ ਬੈਨਰ ਤੇ ਝੰਡੀਆਂ ਲੈ ਕੇ ਖੜਦੇ ਨੇ। ਤੇ ਤਸਵੀਰਾਂ ਦੇ ਵਿੱਚ ਜੇ ਗੱਲ ਕਹੀਏ ਕਿ ਜਿਹੜੇ ਝੰਡੀਆਂ ਨੇ ਕਿਸਾਨੀ ਦੀਆਂ, ਬੈਨਰ ਨੇ, ਬਾਰ-ਬਾਰ ਜ਼ਿਕਰ ਅਸੀਂ ਉਹਨਾਂ ਦਾ ਇਸ ਲਈ ਕਰਦੇ ਹਾਂ ਕਿ ਸਹਿਯੋਗ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਹਰ ਕੋਈ ਸ਼ਖਸ ਦੇਣ ਦੀ ਕੋਸ਼ਿਸ਼ ਕਰ ਰਿਹਾ। ਤੇ ਇਹੀ ਅਸੀਂ ਦੇਖਦੇ ਸੀ ਸਾਰੇ ਪਾਸੇ, ਜਿਵੇਂ ਕਈਏ ਚੌਂਕਾਂ ਤੇ ਜਿਹੜੇ ਮੇਨ ਚੌਂਕ ਨੇ ਉਹ ਚੌਂਕਾਂ ਦੇ ਵਿੱਚ ਹਰ ਕੋਈ ਇਸ ਕਿਸਾਨੀ ਅੰਦੋਲਨ ਦੇ ਨਾਲ ਜੁੜਿਆ ਹੋਇਆ। ਕਹਿੰਦੇ ਆ ਕਿ ਜਿਵੇਂ ਜਿਵੇਂ ਲਗਾਤਾਰ ਲੋਕ ਹੁਣ ਮੂਵਮੈਂਟ ਦਾ, ਹਰ ਕਿਸੇ ਨੂੰ ਵੱਡੀ ਜਿੱਤ ਉਹੀ ਹੁੰਦੀ ਆ ਕਿ ਜਦੋਂ ਕਿਸੇ ਮੂਵਮੈਂਟ ਦੇ ਵਿੱਚ ਲੋਕ ਆਪ ਮੁਹਾਰੇ ਆ ਕੇ ਹੋ ਕੇ ਜਿਹੜਾ ਹੋਣ ਲੱਗ ਜਾਣ। ਅੱਜ ਤੋਂ ਕਈ ਜੇ ਕਹੀਏ ਕਿ ਕੁਝ ਮਹੀਨੇ ਪਹਿਲਾਂ ਦੀ ਜੇ ਗੱਲ ਕਰ ਲਈਏ, ਜੇ ਕੋਈ ਕਿਸਾਨੀ ਅੰਦੋਲਨ ਹੁੰਦੇ ਸੀਗਾ ਤਾਂ ਕਿਸਾਨ ਯੂਨੀਅਨਾਂ ਆਉਂਦੀਆਂ ਸੀ, ਕਿਸਾਨ ਯੂਨੀਅਨ ਦੇ ਨਾਲ ਜੁੜੇ ਹੋਏ ਲੋਕ ਆਉਂਦੇ ਸੀਗੇ, ਪਰ ਆਮ ਸ਼ਹਿਰੀ ਨੇ ਜਿਹੜੇ ਉਹ ਬਹੁਤ ਘੱਟ ਨਿਕਲ ਕੇ ਆਉਂਦੇ ਸੀ, ਆਉਂਦੇ ਹੀ ਨਹੀਂ ਸੀ, ਨਾ ਮਾਤਰ ਵਾਲਾ ਕੰਮ ਸੀਗਾ। ਪਰ ਹੁਣ ਤੁਸੀਂ ਦੇਖੋ ਕਿ ਹਰ ਜਗ੍ਹਾ ਤੇ ਤੁਹਾਨੂੰ ਜ਼ਿਆਦਾਤਰ ਹੈ ਜਿਹੜਾ ਇਹਦੇ ਨਾਲ ਜੁੜੇ ਹੋਏ ਲੋਕ, ਸਹਿਯੋਗ ਕਰਦੇ ਲੋਕ ਨੇ ਜਿਹੜੇ ਉਹ ਜ਼ਰੂਰ ਦਿਖਦੇ ਨੇ। ਗੱਲ ਕਿਸਾਨੀ ਝੰਡੀਆਂ ਦੀ ਹੋਵੇ, ਕਿਸਾਨੀ ਬੈਨਰਾਂ ਦੀ ਹੋਵੇ। ਲਓ ਜੀ ਦੇਖੋ ਅੱਗੇ 37 ਦੇ ਚੌਂਕ ਨੂੰ ਅਸੀਂ ਆ ਗਿਆ, ਸੈਕਟਰ 37 ਦੇ ਨੂੰ, ਤੇ ਤੁਸੀਂ ਦੇਖੋ ਕਿ ਉਰੇ ਵੀ ਜਿਹੜੇ ਨੇ ਨੌਜਵਾਨ ਹੱਥਾਂ ਦੇ ਕਿਸਾਨੀ ਝੰਡੇ ਫੜੀਆਂ ਹੋਈਆਂ ਨੇ ਉਹਨਾਂ ਦੇ, ਤੇ ਇਹ ਵੀ ਲਗਾਤਾਰ ਇਹੀ ਕੋਸ਼ਿਸ਼ ਦੇਣ ਦੀ ਜਿਹੜਾ ਮੈਸੇਜ ਹੈ, ਕੋਸ਼ਿਸ਼ ਗੱਲ ਕਰ ਰਹੇ ਨੇ ਕਿ ਕਿਵੇਂ ਕਿਵੇਂ ਤੁਸੀਂ ਦੇਖੋ ਆਹ ਦੇਖੋ ਜੇ ਕਹੀਏ ਹੱਥਾਂ ਦੇ ਵਿੱਚ ਜਿਹੜੇ ਉਹਨਾਂ ਦੇ ਝੰਡੇ ਨੇਗੇ ਉਹ ਫੜੇ ਹੋਏ ਨੇ,
ਤੇ ਨਾਲੋਂ ਨਾਲ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਕਿਸਾਨੀ ਦੇ ਨਾਲ ਆ ਤੇ ਬਾਕੀ ਲੋਕ ਵੀ ਸਮਰਥਨ ਕਰਨ। ਵਿਚਕਾਰ ਨੇ ਜਿਹੜੇ ਮੁੰਡੇ ਉਹ ਕਿਸਾਨੀ ਝੰਡਿਆਂ ਦੇ ਨਾਲ ਖੜੇ ਨੇਗੇ। ਹਾਲਾਂਕਿ ਇਹਦੇ ਵਿੱਚ ਦੇਖਿਆ ਜਾਵੇ ਇਹ ਤਸਵੀਰਾਂ ਇਸ ਲਈ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਅੱਜ ਇਕੱਠੀਆਂ ਕਰ ਰਹੇ ਹਾਂ, ਤੁਹਾਡੇ ਤੱਕ ਪਹੁੰਚਾ ਰਹੇ ਹਾਂ ਡੇਲੀ ਪੋਸਟ ਦੇ ਮਾਧਿਅਮ ਦੇ ਨਾਲ, ਕਿ ਜਿਵੇਂ ਲੋਕ ਨੇ ਜਿਹੜੇ ਸਮਝ ਰਹੇ ਨੇ ਤਾਂ ਉਹ ਖੁਦ ਕਿਵੇਂ ਆ ਕੇ ਪਹੁੰਚ ਰਹੇ ਨੇ। ਕਿਉਂਕਿ ਅਸੀਂ ਇਕੱਠੇ ਦੇਖ ਲੈਂਦੇ ਹਾਂ ਕਈ ਜਗ੍ਹਾ ਤੇ, ਹੋ ਸਕਦਾ ਵੀ ਉੱਥੇ ਜਿਹੜੇ ਕਿਸੇ ਯੂਨੀਅਨ ਨਾਲ ਕਿਸੇ ਲੋਕਾਂ ਦੇ ਨਾਲ ਇਕੱਠੇ ਹੋ ਕੇ ਆਏ ਹੋਣ, ਪਰ ਜਦੋਂ ਕੋਈ ਕੱਲਾ ਖੜਾ ਹੈ ਜਾਂ ਕਿਤੇ 2-2 4-4 ਜਾਣੇ ਖੜੇ ਨੇ ਤਾਂ ਉਹ ਜ਼ਾਹਿਰ ਜੀ ਗੱਲ ਹੁੰਦੀ ਹੈ ਵੀ ਉਹ ਲੋਕ ਆਪ ਮੁਹਾਰੇ ਹੋ ਕੇ ਨੇ ਜਿਹੜੇ ਉਹ ਸੜਕਾਂ ਤੇ ਉਤਰੇ ਹੋਏ ਨੇ। ਤੇ ਆਪਣੇ ਆਪ ਦੇ ਵਿੱਚ ਕਹਿ ਸਕਦੇ ਆ ਬੜੀ ਦਿਲਕਸ਼ ਤਸਵੀਰਾਂ ਹੁਣ ਬਣ ਗਈਆਂ ਨੇ। ਹੌਲੀ ਜਿਉਂ ਕਿਸਾਨ ਅੰਦੋਲਨ ਦੇ ਦਿਨ ਅੱਗੇ ਵਧ ਰਹੇ ਨੇ ਤਾਂ ਲੋਕਾਂ ਨੂੰ ਤੁਸੀਂ ਦੇਖੋ ਕਿ ਵੱਡਾ ਸਾਥ ਹੈ ਜਿਹੜਾ ਉਹ ਕਿਵੇਂ ਕਿਸਾਨਾਂ ਨੂੰ ਮਿਲ ਰਿਹਾ। ਕਿਸਾਨਾਂ ਨੂੰ ਜੇ ਕਹੀਏ, ਲੋਕਾਂ ਨੇ ਇਹ ਗੱਲ ਸਪਸ਼ਟ ਕਰਤੀ ਹੈ ਕਿ ਉਹ ਕਿਸਾਨ ਇਕੱਲੇ ਨਹੀਂ ਹੈਗੇ, ਕਿੱਡੇ ਵੱਡਾ ਜਮਾਵੜਾ ਲੋਕਾਂ ਦਾ ਉਹਨਾਂ ਦੇ ਨਾਲ ਆ। ਤੇ ਕਿਸੇ ਵੀ ਤਰ੍ਹਾਂ ਦੇ ਨਾਲ ਜੇ ਕਹੀਏ ਕਿ ਡੋਲਣ ਵਾਲੀ ਸਿਚੁਏਸ਼ਨ ਪੈਦੀ ਨਹੀਂ ਹੁੰਦੀ ਜਦੋਂ ਇਸ ਤਰ੍ਹਾਂ ਦਾ ਮਾਹੌਲ ਦੇਖਦਾ ਕੋਈ ਸ਼ਖਸ ਕਿ ਜਦੋਂ ਸਾਡੇ ਪਿੱਛੇ ਕਿੰਨੇ ਲੋਕ ਨੇ ਜਿਹੜੇ ਖੜੇ ਨੇ। ਤਾਂ ਸਰਕਾਰਾਂ ਨੂੰ ਖੈਰ ਦੇਖਣ ਦੀ ਲੋੜ ਹੈ, ਕਿਉਂਕਿ ਸ਼ਾਇਦ ਸਰਕਾਰਾਂ ਨਹੀਂ ਅਜੇ ਸਮਝ ਰਹੀਆਂ ਹੈਗੀਆਂ, ਸਰਕਾਰਾਂ ਨਹੀਂ ਇਹ ਚੀਜ਼ਾਂ ਸਮਝ ਰਹੀਆਂ ਹੈਗੀਆਂ। ਤਾਂ ਇਹ ਤੁਸੀਂ ਦੇਖੋ ਇਹ ਵੀ ਤੁਸੀਂ ਦੇਖੋ ਕਿ ਜਿਹੜਾ ਅਸੀਂ ਚੌਂਕ ਚ ਅੱਗੇ ਆ ਗਏ ਆ, 37-38 ਦਾ ਚੌਂਕ ਹੈ, ਇੱਥੇ ਵੀ ਖੜੇ ਨੇ। ਇੱਥੇ ਵੀ ਤੁਸੀਂ ਦੇਖੋ ਗੱਡੀ ਖੜੀ ਹੈ ਸਾਈਡ ਤੇ ਨੌਜਵਾਨ ਨੇ ਜਿਹੜੇ ਖੜੇ ਨੇ, ਹੱਥਾਂ 'ਚ ਜਿਹੜੀਆਂ ਝੰਡੀਆਂ ਨੇ ਫੜੀਆਂ ਹੋਈਆਂ ਨੇ, ਸਾਈਕਲ ਨੇ ਮੁੰਡਿਆਂ ਕੋਲ ਖੈਰ, ਉਹ ਜਿਹੜੇ ਸਾਈਕਲ ਤੇ ਨੇਗੇ ਉਹ ਖੜੇ ਹੋਏ ਨੇਗੇ। ਤੇ ਕਿਹਾ ਜਾ ਸਕਦਾ ਆਪਣੇ ਆਪ ਦੇ ਵਿੱਚ ਬੇਹੱਦ ਖਾਸ ਤਸਵੀਰਾਂ ਨੇ ਕਿ ਜਦੋਂ ਜਿਹੜੇ ਲੋਕ ਕਿਵੇਂ ਖੜ ਰਹੇ ਨੇ। ਗੱਲ ਕਰ ਲੈਣੇ ਇਹਨਾਂ ਨਾਲ, ਕਿਉਂਕਿ ਜਦ ਅੱਜ ਨਿਕਲੇ ਆ ਅਸੀਂ, ਇਹ ਕੋਈ ਉਹ ਸ਼ੂਟ ਨਹੀਂ ਹੈਗਾ ਵੀ ਕਿਤੇ ਕੋਈ ਧਰਨਾ ਲੱਗਿਆ, ਮੁਜ਼ਾਹਰਾ ਲੱਗਿਆ ਤੇ ਉੱਥੇ ਅਸੀਂ ਜਾਈਏ। ਅੱਜ ਪੂਰਾ ਚੰਡੀਗੜ੍ਹ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕੈਮਰੇ ਦੀ ਨਜ਼ਰ ਦੇ ਨਾਲ। ਐਕਸਕਲੂਸਿਵਲੀ ਡੇਲੀ ਪੋਸਟ ਤੇ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਕਿ ਕਿਵੇਂ ਲੋਕ ਜਿਹੜੇ ਆਪ ਮੁਹਾਰੇ ਹੋ ਕੇ ਖੜਦੇ ਨੇ। ਸਾਹਮਣੇ ਤੁਸੀਂ ਦੇਖੋ ਬਜ਼ੁਰਗ ਖੜੇ ਨੇ, ਨਾਲ ਨੌਜਵਾਨ ਖੜਾ, ਦੂਜੇ ਪਾਸੇ ਵੀ ਜਿਹੜਾ ਮੁੰਡਾ ਖੜਾ ਹੈਗਾ, ਇਸ ਪਾਸੇ ਕਿਸਾਨੀ ਝੰਡੇ ਵਾਲੀ ਜਿਹੜੇ ਸਾਈਕਲਾਂ ਨੇ ਖੜੀਆਂ ਨੇਗੀਆਂ। ਤਾਂ ਕਿਹਾ ਜਾ ਸਕਦਾ ਲੋਕਾਂ 'ਚ ਜਜ਼ਬਾ ਬਹੁਤ ਆ, ਜਜ਼ਬਾ ਕਿਸੇ ਪਾਸਿਓਂ ਘਾਟ ਨਹੀਂ ਹੈਗੀ। ਕਿਸਾਨੀ ਝੰਡਿਆਂ ਦੀ ਤਾਂ ਖੈਰ ਗੱਲ ਹੀ ਕੀ ਕਰੀਏ, ਕਿਉਂਕਿ ਹਰ ਪਾਸੇ ਦੇਖਣ ਨੂੰ ਮਿਲਦਾ, ਹਰ ਕੋਈ ਕਿਸਾਨੀ ਝੰਡੀਆਂ ਹੱਥਾਂ 'ਚ ਫੜੀ ਲਹਿਰਾ ਰਿਹਾ, ਮੈਸੇਜ ਦੇ ਰਿਹਾ। ਤੇ ਵੱਧ ਤੋਂ ਵੱਧ ਤਾਂ ਹੁਣ ਤਾਂ ਖੈਰ ਗੱਡੀਆਂ ਵੀ ਆਪਾਂ ਨੂੰ ਦਿਖਦੀਆਂ ਨੇਗੀਆਂ ਜਿਹਦੇ ਵਿੱਚ ਵੱਧ ਤੋਂ ਵੱਧ ਕਿਸਾਨੀ ਝੰਡੇ ਨੇ ਉਹ ਲੱਗੇ ਹੋਏ ਹੁੰਦੇ ਨੇ। ਤੇ ਉਹਦੇ ਵਿੱਚ ਕਹਿ ਸਕਦੇ ਆ ਕਿ ਤਸਵੀਰਾਂ ਦੇਖੋ। ਗੱਲ ਵੀ ਕਰਾਂਗੇ ਇਹਨਾਂ ਨਾਲ ਕਿ ਆਖਰ ਆਪੀ ਆਏ ਨੇ ਜਾਂ ਕਿਵੇਂ, ਫਿਰ ਇਹਨਾਂ ਨੇ ਕਿਵੇਂ ਸਮਝਿਆ ਵੀ ਉਰੇ ਆ ਕੇ ਉਹ ਕਰੀਏ। ਵੀਰ ਕਿਵੇਂ ਫਿਰ ਤੁਸੀਂ ਰੋਜ਼ ਆਉਂਦੇ ਹੋ ਜਾਂ ਅੱਜ ਆਏ ਹੋ? ਹਾਂਜੀ, ਰੋਜ਼ ਆਉਂਦੇ ਆ ਜੀ ਅਸੀਂ। ਕੌਣ ਫਿਰ ਆਪਦੇ ਆਪ ਹੀ ਆਉਂਦੇ ਹੋ ਜਾਂ ਕਿਸੇ ਦੇ ਨਾਲ ਕੋਈ ਜੁੜੇ ਹੋਏ ਹੋ ਤੁਸੀਂ? ਆਪਣੇ ਆਪ ਹੀ ਆਉਂਦੇ ਆ ਜੀ। ਆਪਦੇ ਆਪ ਹੀ? ਹਾਂਜੀ। ਤੇ ਫਿਰ ਘਰੇ ਨਹੀਂ ਰੋਕਦੇ ਹੈਗੇ ਵੀ ਤੁਸੀਂ ਮੁੰਡੇ ਕਿਹੜੇ ਕੰਮ ਚੱਲੇ? ਨਹੀਂ ਜੀ, ਨਹੀਂ ਕਰਦੇ, ਤਾਂ ਕਹਿੰਦੇ ਜਾਓ। ਅੱਛਾ, ਘਰ ਦੇ ਵੀਰ ਕਹਿ ਰਹੇ ਨੇ ਇਹ ਗੱਲ? ਹਾਂਜੀ। ਤੇ ਬਿਲਕੁਲ ਕਹਿ ਸਕਦੇ ਆ ਪੂਰੀ ਖੜਦੇ ਹੋ ਜਾਂ ਫਿਰ ਹੋਰ ਪਾਸੇ ਵੀ ਜਾਂਦੇ ਹੋ? ਹਾਂਜੀ, ਇੱਥੇ ਆ ਜੀ, ਪੱਕਾ ਇੱਥੇ ਆਉਂਦੇ ਹੋ? ਹਾਂਜੀ। ਤੇ ਫਿਰ ਸਕੂਲ ਦਾ ਜਾਂ ਟਿਊਸ਼ਨ ਦਾ ਕੰਮ ਨਿਬੇੜਿਆ ਹੁੰਦੇ ਹੋ? ਹਾਂਜੀ, ਪੂਰਾ ਨਿਬੇੜ ਕੇ? ਹਾਂਜੀ। ਬਿਲਕੁਲ ਤੁਸੀਂ ਦੇਖੋ ਕਿ ਮੁੰਡਿਆਂ ਦਾ ਜਜ਼ਬਾ ਦੇਖੋ ਕਿੰਨਾ, ਕਿ ਆਖਰ ਸਕੂਲ ਕਾਲਜ ਦਾ ਆਪਦਾ ਕੰਮ ਨਿਪਟਾ ਕੇ ਉਦੋਂ ਬਾਅਦ ਆ ਜਾਂਦੇ ਨੇ ਚੌਂਕਾਂ ਦੇ ਉੱਤੇ। ਖਾਸ ਤੌਰ ਤੇ ਅੱਜ ਇਹ ਚੀਜ਼ ਦੇਖਾਂਗੇ, ਲੋਕ ਸਲੂਟ ਕਰਕੇ ਜਾਂਦੇ ਨੇ, ਕਈ ਤਾਂ ਹੱਥ ਮਾਰ ਕੇ ਜਾਂਦੇ ਨੇ ਵੀ ਖੜੇ ਨੇ। ਤਾਂ ਇਹ ਬੜੀ ਇੱਕ ਵੱਡੀ ਆਪਣੇ ਆਪ ਦੇ ਵਿੱਚ ਕਹਿ ਸਕਦੇ ਆਂਗੇ ਕਿ ਵਿਲੱਖਣ ਤਸਵੀਰ ਦੇਖਣ ਨੂੰ ਮਿਲਦੀ ਆ। ਤੇ ਇਹ ਤੁਸੀਂ ਦੇਖੋ ਕਿ ਜਿਵੇਂ ਜਿਹੜੇ ਨੇ ਬੈਨਰ ਨੇ, ਤੁਸੀਂ ਦੇਖੋ ਜੇ ਅੱਜ ਕਿਸਾਨ ਨਾਲ ਨਹੀਂ ਆਉਂਗੇ ਤਾਂ ਕੱਲ ਨੂੰ ਪੀਜੇ 버ਗਰ ਕਿੱਥੋਂ ਖਾਓਗੇ? ਪੀਜੇ 버ਗਰ ਵਾਲਿਆਂ ਵਾਸਤੇ ਬਾਈ ਜੀ, ਪੀਜੇ 버ਗਰ ਵਾਲਿਆਂ ਵਾਸਤੇ ਵੀ ਮੈਸੇਜ ਆ ਹੈ ਕਿ ਜੇ ਉਹਨਾਂ ਨੂੰ ਲੱਗਦਾ ਹੋਵੇ ਅਸੀਂ ਪਤਾ ਨਹੀਂ ਕਿੱਥੋਂ ਖਰੀਦ ਰਹੇ, ਉਹਨਾਂ ਦੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਸ਼ਾਇਦ ਜਵਾਕਾਂ ਨੂੰ। ਹਾਂ, ਬਿਲਕੁਲ ਨਹੀਂ ਪਤਾ ਹੁੰਦਾ ਉਹਨੂੰ ਕਿੱਥੋਂ ਖਰੀਦਦੇ ਆ। ਤੇ ਫਿਰ ਕਿਹੋ ਜਿਹਾ ਲੋਕਾਂ ਦਾ ਕਿਹੋ ਜਿਹਾ ਰਿਸਪੌਂਸ ਆ ਜਿਵੇਂ ਉਰੇ ਖੜਦੇ ਹੋ ਤੁਸੀਂ, ਆਉਂਦੇ ਜਾਂਦੇ ਲੋਕ? ਲੋਕਾਂ ਦਾ ਬਹੁਤ ਰਿਸਪੌਂਸ ਆ, ਜਿੰਨੇ ਵੀ ਲੋਕੀ ਆਉਂਦੇ ਸਾਰੇ ਕਹਿੰਦੇ ਕਿ ਬਹੁਤ ਅੱਛਾ ਕਰ ਰਹੇ ਹੋ ਤੇ ਸਾਰੇ ਸਾਡੇ ਨਾਲ ਜੁੜਦੇ ਆ ਕੇ। ਤੇ ਬਾਈਕਾਟ ਦਾ ਵੀ ਤੁਹਾਨੂੰ ਮੈਸੇਜ ਦਿੱਤਾ ਹੈ ਨਾਲੋਂ ਨਾਲ? ਹਾਂਜੀ, ਬਿਲਕੁਲ ਬਾਈਕਾਟ ਦਾ ਵੀ ਮੈਸੇਜ ਦਿੱਤਾ ਜੀ ਨਾਲ। ਬਿਲਕੁਲ ਕਹਿ ਸਕਦੇ ਹਾਂਗੇ ਕਿ ਤੁਸੀਂ ਦੇਖੋ ਇਹਨਾਂ ਨੇ ਬਾਈਕਾਟ ਦਾ ਵੀ ਮੈਸੇਜ ਦਿੱਤਾ ਵੀ ਇਹ ਚੀਜ਼ਾਂ ਅਸੀਂ ਨਾ ਵਰਤੀਏ। ਤੇ ਦੂਜੇ ਪਾਸੇ ਜਿਹੜਾ ਬੀਬੀਆਂ ਭੈਣਾਂ ਬੈਠੀਆਂ ਨੇ ਸਾਡੀਆਂ ਉੱਥੇ ਵਾਲੀਆਂ, ਖੈਰ ਉਹੀ ਤਸਵੀਰ ਲੈ ਕੇ ਜਿਹੜਾ ਬੈਨਰ ਬਣਾਇਆ। ਸਮਝਦੇ ਹੋ ਕੋਈ ਫਰਕ ਇਹਦੇ ਨਾਲ ਸਰਕਾਰਾਂ ਤੇ ਦਬਾਅ ਵੱਧਦਾ ਜਦੋਂ ਇਹ ਜਨ ਮੂਵਮੈਂਟ ਬਣ ਜਾਂਦੀ ਹੈ, ਤੁਹਾਡੇ ਵਰਗੇ ਲੋਕ ਆਪਣੇ ਆਪ ਆਉਂਦੇ ਨੇ? ਹਾਂ, ਬਿਲਕੁਲ ਵਧੇਗਾ ਜੀ, ਕਿਉਂ ਨਹੀਂ ਵਧੇਗਾ। ਸਰਕਾਰ ਸਾਡੇ ਵਰਗੇ ਬੰਦਿਆਂ ਨੇ ਬਣਾਈ ਹੋਈ ਹੈ ਜੀ। ਜੇ ਸਾਡੇ ਵਰਗੇ ਬੰਦਿਆਂ ਨੂੰ ਚੀਜ਼ ਨਹੀਂ ਚੰਗੀ ਲੱਗਦੀ ਤਾਂ ਸਰਕਾਰ ਨੂੰ ਚੀਜ਼ ਮੰਨਣੀ ਚਾਹੀਦੀ ਹੈ ਕਿ ਜੇ ਸਾਡੀ ਪਬਲਿਕ ਨੂੰ ਨਹੀਂ ਪਸੰਦ ਤਾਂ ਉਹਨੂੰ ਕੈਂਸਲ ਕਰਨਾ ਚਾਹੀਦਾ ਹੈ। ਪੂਰੇ ਚੰਡੀਗੜ੍ਹ 'ਚ ਦੇਖਦੇ ਹਾਂ ਅਸੀਂ ਆ ਰਹੇ ਸੀ ਪਿੱਛੋਂ ਵੀ ਕਵਰ ਕਰਦੇ, ਪੂਰੇ ਚੰਡੀਗੜ੍ਹ 'ਚ ਹਰੇਕ ਚੌਂਕ ਤੇ ਬੇਸ਼ੱਕ ਇੱਕ ਬੰਦਾ ਹੀ ਖੜਾ, ਉਹ ਖੜਾ ਹੈ। ਪਰ ਭਾਜੀ ਇੱਦਾਂ ਨਾ ਕਿ ਟਾਈਮ ਸਾਰਿਆਂ ਨੂੰ ਦਿੱਤਾ ਹੈ, ਸਾਰੇ ਬੰਦੇ ਹੁਣ ਸ਼ਾਮ ਤੱਕ ਰਾਤ ਤੱਕ ਖੜਨਗੇ ਜਿੱਥੇ ਨੂੰ ਲੱਗਦਾ ਉਹ ਆਪਣਾ ਪ੍ਰੋਟੈਸਟ ਕਰ ਰਿਹਾ। ਹੁਣ ਅਸੀਂ ਸਾਰੀ ਚੰਗਾ ਘੁੰਮ ਕੇ ਆਏ ਹਾਂ, ਖੜੇ ਹਾਂ 37 'ਚ ਖੜੇ ਹਾਂ, 40 'ਚ ਖੜੇ ਹਾਂ। ਕਿ ਜਦ ਤੱਕ ਇਹ ਕਾਨੂੰਨ ਸਾਡਾ ਖਤਰਦ ਨਹੀਂ ਹੋਏਗਾ ਤਾਂ ਰੋਜ਼ ਖੜਾਂਗੇ ਜੀ।
ਯਾਨੀ ਕਿ ਇਹ ਸਮਾਂ ਫਿਰ ਆਪਦੇ ਕੰਮਕਾਰ ਨਿਪਟਾ ਕੇ ਜਦੋਂ ਕਹੀਏ ਸ਼ਾਮ ਦਾ ਸਮਾਂ ਹੁੰਦਾ ਘਰ ਜਾਂਦਾ ਉਦੋਂ ਆ ਕੇ ਖੜਦੇ ਹੋ ਸਰ ਕੰਮਕਾਰ ਤਾਂ ਸਾਡੇ ਖੇਤੀ ਨਾਲ ਹੀ ਕੰਮ ਕਰ ਰਹੇ ਨਾ ਜੀ, ਜਦੋਂ ਜਿਸ ਕਰਕੇ ਅਸੀਂ ਕੰਮ ਕਰ ਰਹੇ ਹਾਂ ਜਦੋਂ ਉਹੀ ਨਹੀਂ ਰਹਿਣਾ ਤਾਂ ਸਾਨੂੰ ਬਹੁਤ ਔਖਾ ਹੋਏਗਾ। ਖੇਤੀ ਕਰਕੇ ਹੈ ਨਾ ਜੀ, ਕੰਮ ਕਰਕੇ ਕੰਮ ਕਰ ਤਾਂ ਕੱਢਣਾ ਹੀ ਪਊਗਾ ਜੀ। ਇਹ ਵੀ ਇੱਕ ਕੰਮ ਹੈ ਸਾਡਾ, ਪੋਟਾਸੀ ਸਾਡਾ ਕੰਮ ਹੀ ਹੈ ਨਾ ਜੀ। ਬਿਲਕੁਲ ਸਮਾਂ ਤਾਂ ਕੱਢਣਾ ਹੀ ਪਊਗਾ ਕਿਉਂਕਿ ਖੈਰ ਜਦੋਂ ਤੁਸੀਂ ਰੋਟੀ ਖਾਣੀ ਹੈ ਕਿ ਤੁਸੀਂ ਆਹ ਦੇਖੋ ਬਜ਼ੁਰਗਾਂ ਨੇ ਵੀ ਜਿਹੜਾ ਹੱਥ ਦੇ ਵਿੱਚ ਜਿਹੜਾ ਬੈਨਰ ਆ ਫੜਿਆ ਹੋਇਆ ਹੈ ਕਿ ਫਾਰਮਰਸ ਬਾਏ ਟ੍ਰੇਡ ਵਾਰੀਅਰਸ ਬਾਏ ਬਲੱਡ। बड़ा जे कहिए कि मैसेज देने की कोशिश करिए तुसी की मैसेज की है जरा समझाओगे? एक्चुअल में क्या है कि ये हिंदुस्तान में पहली बार ऐसा हो रहा है जेपी आंदोलन के बाद कि इतने बड़े लेवल पे मास मूवमेंट हो रहा है और इतना बड़ा कलेक्टिव इकट्ठा हुआ है। ये पहली बार हुआ है 75 के बाद, 45 साल हो गए इसको, और यही अपने आप में हिंदुस्तान के लिए बहुत बड़ी बात है और ये अभूतपूर्व है। ये हमने कभी नहीं देखा, मतलब मैंने कभी नहीं देखा। मैं 75 कितों हिंदी बोल रहे हो, मैंने लगा कि शायद कितने इत्थों ही कितों है वो कितों? मैं चंडीगढ़ में ही रहता हूँ। चंडीगढ़ से ही हो? हाँ। तो फिर ये मूवमेंट के साथ में कैसे जुड़े आप? इस मूवमेंट को मैं देख रहा हूँ, मैं पढ़ा लिखा आदमी हूँ, मुझे पता है ये बात सही हो रही है और ये ज़रूरी है, हम सबके लिए बहुत ज़रूरी है और सिविलियंस को इसके साथ खड़ा होना चाहिए। ये केवल किसानों का मुद्दा नहीं है, ये हम सबका मुद्दा है, आपका मेरा हम सबका मुद्दा है। तो बुलाया किसी ने नहीं है, तुसी आप ही आए हो? मैं तो बस जा रहा था और मैं रुक गया बस। अच्छा। मैं यहाँ कार से जा रहा था, कैब से, और मैंने इनको देखा और मैं खड़ा हो गया यहाँ पर आके इनके साथ, क्योंकि हमें सॉलिडरिटी में एक दूसरे के साथ खड़ा होना होगा, तभी ये होगा, नहीं तो नहीं होगा। बिल्कुल बड़ी ਵੱਡੀ ਜੇ ਕਹੀਏ ਤੁਹਾਡੀ ਭੂਮਿਕਾ ਹੈ ਕਿਉਂਕਿ ਅਸੀਂ ਦੇਖਦੇ ਹਾਂ ਜਿਹੜੇ ਲੋਕ ਤਾਂ ਚਲੋ जुड़े हुए ਨੇ ना, ये समाज है, ये डेमोक्रेटिक सोसाइटी है, अगर हम लोग नहीं खड़े होंगे तो ये प्रोटेस्ट होगा कैसे? ये किसानों का मुद्दा नहीं है, ये हम सबका मुद्दा है और एक गलत बात को गलत कहने की बात हो रही है, क्योंकि नहीं तो कोई गलत बात हम कहते रहते हैं, कोई सुनता ही नहीं है। ये सारे लोग इकट्ठे हुए हैं तो हम सबकी जिम्मेदारी है कि हम खड़े हों। आप भी अपनी जिम्मेदारी निभा रहे हैं, मैं भी निभा रहा हूँ, हम सब अपनी जिम्मेदारी निभाएं और यही जरूरी भी है। क्या नाम क्या आपका? मेरा नाम चेतन जैन है। ਚੇਤਨ ਜੀ ਸਲੂਟ ਹੈ ਤੁਹਾਨੂੰ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਆਪਦੀ ਜ਼ਿੰਮੇਵਾਰੀ ਸਮਝ ਕੇ ਆਇਆ ਤੇ ਕਹਿ ਸਕਦੇ ਆ ਕਿ ਚੇਤਨ ਉਦਾਹਰਨ ਨੇ। ਕਹਿੰਦੇ ਮੈਂ ਕੈਬ ਤੋਂ ਜਾ ਰਿਹਾ ਸੀ, ਕੈਬ ਚੋਂ ਦੇਖਿਆ ਕਿ ਉਰੇ ਕੁਝ ਲੋਕ ਖੜੇ ਨੇ ਤੇ ਅੰਦੋਲਨ ਦਾ ਤਾਂ ਖੈਰ ਸਭ ਨੂੰ ਪਤਾ ਹੀ ਹੈ, ਤਾਂ ਉਦੋਂ ਬਾਅਦ ਤੁਸੀਂ ਦੇਖੋ ਇਹਨਾਂ ਨੂੰ ਦੇਖ ਕੇ ਇਹਨਾਂ ਨੇ ਵੀ ਹੱਥ 'ਚ ਬੈਨਰ ਫੜਿਆ ਤੇ ਖੜ ਗਿਆ। ਕਹਿੰਦੇ ਇਹ ਜ਼ਰੂਰੀ ਆ ਕਿਉਂਕਿ ਜੇ ਇਹ ਤੁਸੀਂ ਅੱਜ ਨਹੀਂ ਸਮਝੋਗੇ ਜ਼ਿੰਮੇਵਾਰੀ ਤਾਂ ਕੱਲ ਨੂੰ ਤੁਹਾਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ। ਤੇ ਉਸੇ ਹਿਸਾਬ ਦੇ ਨਾਲ ਕਹਿ ਸਕਦੇ ਆ ਕਿ ਇਸ ਤਰ੍ਹਾਂ ਦੇ ਲੋਕ ਉਦਾਹਰਨ ਬਣਦੇ ਨੇ, ਐਗਜ਼ਾਮਪਲ ਬਣਦੇ ਨੇ ਆਪਣੇ ਆਪ ਦੇ ਵਿੱਚ। ਮਾਤਾ ਜੀ ਵੀ ਖੜੇ ਨੇ, ਮਾਤਾ ਜੀ ਬੜੇ ਜੋਸ਼ 'ਚ ਝੰਡਾ ਲਹਿਰਾ ਰਹੇ ਹੋਗੇ, ਇਹ ਜੋਸ਼ ਲੱਗਦਾ ਵੀ ਪਹਿਲੇ ਦਿਨ ਤੋਂ ਉਵੇਂ ਹੀ ਬਣਿਆ ਹੋਇਆ ਹੈ? ਉਦਾਂ ਹੀ ਬਣਿਆ ਹੋਇਆ ਜੀ ਸਾਡਾ, ਅਸੀਂ ਅੰਦੋਲਨ ਤੇ ਵੀ ਜਾਂਦੇ ਹਾਂ ਦਿੱਲੀ। ਅੱਛਾ, ਉੱਥੇ ਵੀ ਜਾ ਕੇ ਆਉਂਦੇ ਆ ਤੇ ਫਿਰ ਦੂਜੇ ਤੀਜੇ ਦਿਨ। ਔਰ ਇਹ ਗਲਤ ਹੋ ਰਿਹਾ, ਅਨਕਨਸਟੀਟਿਊਸ਼ਨਲ ਹੈ, ਕਿਸੇ ਨੂੰ ਪੁੱਛਿਆ ਨਹੀਂ ਗਿਆ। ਜਾਂ ਕਾਨੂੰਨ ਬਣਾਏ ਤਾਂ ਪਹਿਲਾਂ ਕਮੇਟੀ ਬਿਠਾਣੀ ਸੀਗੀ ਕੋਈ ਵੀ ਇਹ ਠੀਕ ਲੱਗ ਰਿਹਾ ਕਾਨੂੰਨ ਕਿ ਨਹੀਂ। ਕੋ ਕਾਰਜੂ ਫਾਰਮਰ ਜਸਟਿਸ ਰਿਟਾਇਰਡ ਹੋਏ ਆ, ਉਹਨਾਂ ਨੇ ਵੀ ਇਹੀ ਬਿਆਨ ਦਿੱਤਾ, ਠੀਕ ਹੈ ਨਾ, ਵੀ ਇਹ ਨੇਤਾਗਿਰੀ ਚੱਲ ਰਹੀ ਹੈ ਸੁਪਰੀਮ ਕੋਰਟ 'ਚ। ਸੁਪਰੀਮ ਕੋਰਟ ਦੇ ਉੱਪਰ ਕੋਈ ਵੀ ਨਹੀਂ ਹੈਗਾ, ਸੁਪਰੀਮ ਕੋਰਟ ਰੱਦ ਕਰ ਸਕਦੀ ਹੈ, ਚਾਹੁੰਦੇ ਹੋ ਤਾਂ ਉਹ ਸਰਕਾਰ ਨਾਲ ਮਿਲੀ ਹੋਈ ਹੈ। ਕਾਰਜੂ ਦਾ ਇਹੀ ਬਿਆਨ ਹੈ ਵੀ ਨੇਤਾਗਿਰੀ ਚੱਲੀ ਆ ਉੱਥੇ। ਨਹੀਂ, ਜਿਹੜੇ ਦੂਜੇ 2 ਜੱਜ ਸੀਗੇ ਉਹਨਾਂ ਤੋਂ ਪੁੱਛਿਆ ਹੀ ਨਹੀਂ ਗਿਆ, ਵੀ ਕਾਨੂੰਨ ਬਾਰੇ ਪੁੱਛਿਆ ਹੀ ਨਹੀਂ ਉਹਨਾਂ ਨੂੰ। ਤੇ ਉਰੇ ਫਿਰ ਖੜਦੇ ਹੋ ਤੁਸੀਂ ਜਦੋਂ ਆ ਕੇ, ਲੋਕਾਂ ਦਾ ਕਿਹੋ ਜਿਹਾ ਰਿਸਪੌਂਸ ਰਹਿੰਦਾ? ਕਿਉਂਕਿ ਲੋਕ ਦੇਖਦੇ ਆ ਅਸੀਂ ਮੈਕਸਿਮਮ ਗੱਡੀਆਂ ਤੇ ਹੁਣ ਤਾਂ ਝੰਡੀਆਂ ਸਟicker ਲੱਗੇ ਹੋਏ ਨੇ ਕਿਸਾਨੀ ਦੇ। ਹਾਂਜੀ ਹਾਂਜੀ, ਸਾਰੇ ਹੀ ਰਿਸਪੌਂਸ ਦਿੰਦੇ ਆ, ਜਿੰਦਾਬਾਦ ਕਰਕੇ ਜਾਂਦੇ ਆ ਕਾਰ ਚੌਂਕ ਸਾਰੇ। ਸਰਕਾਰ ਮੰਨੂਗੀ ਫਿਰ? ਬਿਲਕੁਲ ਮੰਨੂਗੀ ਜੀ, ਉਹਨੂੰ ਗੋਡੇ ਟੇਕਣੇ ਪੈਣੇ ਆ ਥੱਲੇ। ਸੁਪਰੀਮ ਕੋਰਟ ਦੇ ਨਾਲ ਲੱਗ ਕੇ ਉਹਨੇ ਰੱਦ ਕਰਨੇ ਪੈਣੇ, ਜੋ ਮਰਜ਼ੀ ਹੋ ਜੇ, ਫਰਵਰੀ ਦੇ ਐਂਡ ਤੱਕ ਹੋ ਜਾਊਗੇ। ਮਾਤਾ ਜੀ ਠੰਡ ਨਹੀਂ ਲੱਗਦੀ ਹੈਗੀ? ਠੰਡ 'ਚ ਨਹੀਂ ਜੀ ਬਿਲਕੁਲ, ਜੋ ਖੜੇ ਨੇ ਇਹ ਸਾਰੇ ਲੋਕ ਤੇ ਲਗਾਤਾਰ ਕੋਸ਼ਿਸ਼ ਇਹਨਾਂ ਦੀ ਇਹੀ ਹੈ ਕਿ ਅਸੀਂ ਕਾਨੂੰਨ ਰੱਦ ਕਰਾਣੇ ਨੇ, ਕਿਸਾਨਾਂ ਦਾ ਸਾਥ ਦੇਣਾ ਤੇ ਅੱਗੇ ਹੁਣ ਵਧਾਂਗੇ, ਅੱਗੇ ਦੇਖਾਂਗੇ ਕਿ ਅੱਗੇ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਚੰਡੀਗੜ੍ਹ ਦੇ ਚੌਂਕਾਂ ਦਾ ਦਿਖਦਾ। ਲਓ ਜੀ, ਅਸੀਂ ਕਿਸਾਨ ਭਵਨ ਪਹੁੰਚ ਗਏ ਹਾਂ। ਇਹ ਉਹੀ ਕਿਸਾਨ ਭਵਨ, ਤੁਹਾਨੂੰ ਦੁਬਾਰੇ ਤਸਵੀਰਾਂ ਦਿਖਾ ਦਈਏ ਕਿਉਂਕਿ ਜਿਹੜੀਆਂ ਹੁਣ ਵਿਗਿਆਨ ਭਵਨ ਮੀਟਿੰਗਾਂ ਹੁੰਦੀਆਂ ਨੇ ਤਾਂ ਕਿਸਾਨ ਪਹਿਲਾਂ ਆਪਦੀਆਂ ਮੀਟਿੰਗਾਂ ਇੱਥੇ ਕਰਦੇ ਹੁੰਦੇ ਸੀ। ਚੰਡੀਗੜ੍ਹ ਦੇ 36-37 ਦਾ ਚੌਂਕ ਆ, ਜਿਹਦੇ ਨਾਲ ਹੀ ਜਿਹੜਾ ਕਿਸਾਨ ਭਵਨ ਹੈ ਜਿਹੜਾ ਬਣਿਆ ਹੋਇਆ ਹੈਗਾ। ਤੇ ਕਿਹਾ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੇਖੋ ਕਿ ਇਹੀ ਕਿਸਾਨ ਭਵਨ ਆ, ਉਰੇ ਪਹਿਲਾਂ ਲਗਾਤਾਰ ਮੀਟਿੰਗਾਂ ਹੋਈਆਂ ਨੇ। 31 ਜਿਹੜੀ ਜਥੇਬੰਦੀਆਂ ਦੀ ਹੁੰਦੀ ਸੀ ਤੇ ਉਰੇ ਜੇ ਕਹੀਏ ਕਿਸਾਨ ਆਪਦਾ ਫੈਸਲਾ ਸੁਣਾਉਂਦੇ ਹੁੰਦੇ ਸੀਗੇ। ਐਜੀਟੇਸ਼ਨ ਦੀਆਂ ਜਿਹੜੀਆਂ ਅੱਗੇ ਭੂਮਿਕਾਵਾਂ ਹੁੰਦੀਆਂ ਸੀ ਉਹ ਬੰਨ੍ਹਦੇ ਸੀਗੇ, ਰਣਨੀਤੀ ਉਹ ਬਣਾਉਂਦੇ ਹੁੰਦੇ ਸੀਗੇ। ਤੇ ਉਹੀ ਕਹੀਏ ਕਿਸਾਨ ਭਵਨ ਤੋਂ ਹੁਣ ਅਸੀਂ ਚੱਲੇ ਹਾਂ। ਖੈਰ ਅੱਜ ਕੱਲ੍ਹ ਕਿਸਾਨ ਭਵਨ ਦੀ ਜੇ ਕਹੀਏ ਰੈਨੋਵੇਸ਼ਨ ਹੋ ਰਹੀ ਹੈਗੀ ਹੁਣ, ਕਿਉਂਕਿ ਕਿਸਾਨ ਸਾਰੇ ਉੱਥੇ ਨੇ ਤਾਂ ਉਰੇ ਖੈਰ ਕੋਈ ਜ਼ਿਆਦਾ ਮੀਟਿੰਗਾਂ ਦਾ ਦੌਰ ਹੈ ਨਹੀਂਗਾ। ਤੇ ਕਹਿ ਸਕਦੇ ਹਾਂ ਤੁਸੀਂ ਝੰਡੀਆਂ ਤੁਹਾਨੂੰ ਦਿਖਾਉਣ ਦੀ ਹੁਣ ਕੋਸ਼ਿਸ਼ ਕਰਦੇ ਹਾਂ ਕਿ ਗੱਡੀਆਂ ਤੇ ਜਿੰਨੀਆਂ ਵੀ ਗੱਡੀਆਂ ਦੇਖਦੇ ਹਾਂ ਮੈਕਸਿਮਮ ਗੱਡੀਆਂ ਤੇ ਤੁਹਾਨੂੰ ਕਿਸਾਨੀ ਝੰਡੀਆਂ ਦਿਖਣਗੀਆਂ
ਕਿਸਾਨੀ ਜੇ ਕਹੀਏ ਅੰਦੋਲਨ ਦੀ ਜਿਹੜੀ ਲਹਿਰ ਹੈ ਉਹ ਇਸ ਵਾਰ ਇੱਕ ਗੱਲ ਹੋਰ ਵੀ ਦਿਖਦੀ ਹੈ ਕਿ ਇੱਕ ਮੈਸੇਜ ਇਹ ਛੱਡ ਜੂਗੀ ਕਿ ਜਦੋਂ ਸਰਕਾਰਾਂ ਦੇ ਫੈਸਲੇ ਜਿਨ੍ਹਾਂ ਲਈ ਬਣਾਏ ਜਾਂਦੇ ਨੇ ਜਦੋਂ ਉਹਨਾਂ ਨੂੰ ਪਸੰਦ ਨਹੀਂ ਆਉਂਦੇ ਜਾਂ ਕਿ ਇਹ ਕਾਨੂੰਨ ਉਹਨਾਂ ਨੂੰ ਪਸੰਦ ਨਹੀਂ ਆਉਂਦੇ, ਕਿਉਂਕਿ ਅੱਜ ਤੋਂ ਪਹਿਲਾਂ ਬਹੁਤ ਸਾਰੇ ਕਾਨੂੰਨ ਬਣੇ ਆ, ਹਰ ਵਾਰੀ ਜੇ ਕਹੀਏ ਕਿ ਇਸ ਤਰ੍ਹਾਂ ਦਾ ਨਹੀਂ ਦੇਖਣ ਨੂੰ ਮਿਲਦਾ ਮਾਹੌਲ। ਇੱਕ ਹਿਸਟਰੀ ਹੈ ਜਿਹੜੀ ਇਤਿਹਾਸ ਆਪਣੇ ਆਪ ਦੇ ਵਿੱਚ ਲਿਖਿਆ ਜਾ ਰਿਹਾ ਕਿ ਖੇਤੀ ਕਾਨੂੰਨ ਬਣੇ ਸੀ ਤੇ ਉਦੋਂ ਕਿੱਡਾ ਵੱਡਾ ਐਜੀਟੇਸ਼ਨ ਹੋਇਆ ਸੀ। ਤਾਂ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬੇहद ਖਾਸ ਜੇ ਕਹੀਏ ਕਿ ਨਜ਼ਰ ਪੈਂਦੀਆਂ ਨੇਗੀਆਂ ਤੇ ਇਹ ਤਾਈਓ ਕਰਕੇ ਕਹਿ ਰਹੇ ਆ ਕਿ ਜਦੋਂ ਜਿਹੜੇ ਕਿਉਂਕਿ ਪੰਜਾਬ ਦੀ ਗੱਲ ਹੋਵੇ, ਹਰਿਆਣੇ ਦੀ ਹੋਵੇ, ਪਿੰਡੋਂ ਪਿੰਡਾਂ ਤਾਂ ਲਹਿਰ ਚੱਲਦੀਆਂ ਨੇ, ਉੱਥੇ ਅਸੀਂ ਦੇਖਦੇ ਹਾਂ ਲੋਕ ਜਜ਼ਬਾਤੀ ਹੋ ਕੇ ਜੁੜਦੇ ਨੇ। ਪਰ ਜਦੋਂ ਸ਼ਹਿਰਾਂ ਦੇ ਵਿੱਚ, ਸ਼ਹਿਰਾਂ ਦਾ ਮਤਲਬ ਇਹ ਹੁੰਦਾ ਵੀ ਜਦੀ ਰੁੱਝੇ ਹੋਏ ਲੋਕ ਨੇ ਕੰਮਾਂ ਕਾਰਾਂ 'ਚ, ਆਪਦੇ ਰੁਜ਼ਗਾਰਾਂ 'ਚ, ਤਾਂ ਉਦੋਂ ਬਾਵਜੂਦ ਜਦੋਂ ਇਹ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਮੂਵਮੈਂਟਸ ਦੇਖਣ ਨੂੰ ਮਿਲਦੀਆਂ ਨੇ ਤਾਂ ਕਿਤੇ ਨਾ ਕਿਤੇ ਇੱਕ ਉਹ ਮਾਹੌਲ ਬਣਦਾ ਸਰਕਾਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੰਦਾ। ਤੇ ਅੱਜ ਹੋ ਹੀ ਰਿਹਾ ਵਿਗਿਆਨ ਭਵਨ ਦੇ ਵਿੱਚ ਮੀਟਿੰਗਾਂ ਨੇ ਜਿਹੜੀਆਂ 9-10 ਮੀਟਿੰਗਾਂ ਹੋ ਚੱਲੀਆਂ ਨੇਗੀਆਂ, ਤਾਂ ਉਹ ਲਗਾਤਾਰ ਜੇ ਕਹੀਏ ਕਿ ਸਰਕਾਰਾਂ ਸੋਚ ਰਹੀਆਂ ਨੇ ਕਿ ਕਿਵੇਂ ਮਸਲੇ ਦਾ ਹੱਲ ਕੀਤਾ ਜਾਵੇ। ਖੈਰ ਕਿਸਾਨਾਂ ਨੇ ਕਹਿਤਾ ਕਿ ਯੈਸ ਔਰ ਨੋ ਜਦੋਂ ਉਹਨਾਂ ਨੇ ਲਿਖਤਾ ਸੀਗਾ, 2 ਸ਼ਬਦ ਹੀ ਲਿਖਤੇ ਸੀਗੇ ਤੇ ਉਹਦੇ ਨਾਲ ਹੀ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਸੀ ਕਿ ਕਿਵੇਂ ਜਿਹੜਾ ਕਿ ਇੱਕ ਪੂਰੀ ਮੂਵਮੈਂਟ ਦੇਖਣ ਨੂੰ ਮਿਲਦੀ ਆ ਕਿ ਕਾਨੂੰਨ ਰੱਦ ਕਰੋ, ਉਹਨਾਂ ਨੇ ਇਹੀ ਗੱਲ ਕਹਿਤੀ ਸੀਗੀ। ਤੇ ਇਹ ਚੀਜ਼ ਕਿਹਾ ਜਾ ਸਕਦਾ ਆਪਣੇ ਆਪ ਦੇ ਵਿੱਚ ਦੇਖਣ ਨੂੰ ਮਿਲਦਾ। ਇਹ ਅਸੀਂ ਸੈਕਟਰ 17 ਜਿਹੜਾ ਜੇ ਕਹੀਏ ਕਿ ਸਭ ਤੋਂ ਮਸ਼ਹੂਰ ਸੈਕਟਰ ਮੰਨਿਆ ਜਾਂਦਾ, ਉਰੇ ਲੋਕ ਆਉਂਦੇ ਨੇ ਘੁੰਮਣ ਫਿਰਨ ਦੇ ਵਾਸਤੇ, ਇਕੱਲੇ ਜੇ ਕਹਿ ਦਈਏ ਚੰਡੀਗੜ੍ਹ ਨਹੀਂ ਬਲਕਿ ਪੰਜਾਬ, ਹਰਿਆਣਾ, ਹਿਮਾਚਲ ਤੇ ਹੋਰ ਬਹੁਤ ਸਾਰੇ ਸੂਬਿਆਂ ਤੋਂ ਲੋਕ ਆਉਂਦੇ ਨੇਗੇ। ਤੇ ਉੱਥੇ ਅਸੀਂ ਪਹੁੰਚ ਗਏ, ਉਰੇ ਦੇਖਦੇ ਹਾਂ ਵੀ ਉਰੇ ਅਸਰ ਹੈ ਕਿਸਾਨੀ ਅੰਦੋਲਨ ਦਾ ਦਿਖਦਾ ਉਰੇ ਤਸਵੀਰਾਂ ਦੇ ਵਿੱਚ ਤੇ ਕਿਵੇਂ ਲੋਕ ਨੇ ਜਿਹੜੇ ਕਿ ਇੱਥੇ ਵੀ ਜਿਹੜੇ ਨੇ ਲਾਮਬੰਦ ਹੋਏ ਨੇ, ਲੋਕਾਂ ਨੂੰ ਜਾਗਰੂਕ ਕਰ ਰਹੇ ਨੇ। ਤਾਂ ਬਿਲਕੁਲ ਉਰੇ ਵੀ ਬੋਰਡ ਦਿਖ ਰਹੇ ਨੇ, ਉਰੇ ਦੇਖੋ ਤੁਸੀਂ, ਉਰੇ ਵੀ ਖੜੇ ਨੇਗੇ ਮੁੰਡੇ, ਨੌਜਵਾਨ ਖੜੇ ਨੇ। ਤਾਂ ਕਿਹਾ ਜਾ ਸਕਦਾ ਇੱਕ ਨਹੀਂ ਬਲਕਿ ਕਈ ਖੜੇ ਨੇ ਉਰੇ, ਤਾਂ ਨੌਜਵਾਨ ਦੋਨੇ ਪਾਸੇ ਖੜੇ ਨੇਗੇ ਸਟੈਂਡ ਵਿਦ ਫਾਰਮਰ ਲੈ ਕੇ। ਤੇ ਤਸਵੀਰਾਂ ਤੁਹਾਨੂੰ ਐਕਸਕਲੂਸਿਵਲੀ ਡੇਲੀ ਪੋਸਟ ਤੇ ਦਿਖਾ ਰਹੇ ਹਾਂ ਤੇ ਨਾਲ ਤੁਹਾਨੂੰ ਇੱਕ ਹੋਰ ਜੇ ਕਹੀਏ ਕਿ ਤੁਸੀਂ ਸਹਿਮਤ ਹੋ, ਕਿਸਾਨ ਹਿਤੈਸ਼ੀ ਹੋ ਤੁਸੀਂ ਵੀ, ਠੀਕ ਹੈ, ਕਿਸੇ ਕਾਰਨਾਂ ਕਰਕੇ ਤੁਸੀਂ ਅੰਦੋਲਨ ਦੇ ਵਿੱਚ ਨਹੀਂ ਜਾ ਸਕਦੇ, ਹੋ ਸਕਦਾ ਤੁਸੀਂ 1% ਨਾ ਵੀ ਖੜਦੇ ਹੋ ਐਵੇਂ ਜਾ ਕੇ, ਪਰ ਇਹ ਤਸਵੀਰਾਂ ਇਹ ਵੀਰਾਂ ਦੀਆਂ ਜੇ ਕਹੀਏ ਕਿ ਠੰਡ ਦੇ ਵਿੱਚ ਖੜੇ ਆ ਵੀਰਾਂ ਦੀਆਂ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਤੋਂ ਘੁਮਾ ਕੇ ਦਿਖਾਵਾਂਗੇ ਕਿ ਕਿਵੇਂ ਮੁੰਡੇ ਨੇ ਜਿਹੜੇ ਖੜੇ ਨੇਗੇ ਠੰਡ ਦੇ ਵਿੱਚ। ਤਾਂ ਇਹਨਾਂ ਦੀ ਤਸਵੀਰਾਂ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਹ ਤਸਵੀਰਾਂ ਹਰ ਕਿਸੇ ਤੱਕ ਪਹੁੰਚਾਓ ਤਾਂ ਕਿ ਜਿਹੜੇ ਇਹਨਾਂ ਦੀ ਮੂਵਮੈਂਟ ਦਾ ਹਿੱਸਾ ਜਿਹੜਾ ਕਿਤੇ ਨਾ ਕਿਤੇ ਤੁਸੀਂ ਵੀ ਬਣੋ, ਕਿਉਂਕਿ ਇਹ ਜਿਹੜਾ ਐਜੀਟੇਸ਼ਨ ਉਰੇ ਕਰ ਰਹੇ ਨੇ ਇਹ ਆਪਦਾ ਵਿਰੋਧ ਜਤਾ ਰਹੇ ਨੇ ਜਾਂ ਲੋਕਾਂ ਨੂੰ ਲਾਮਬੰਦ ਕਰ ਰਹੇ, ਸ਼ਾਂਤਮਈ, ਕੋਈ ਰੌਲਾ ਰੱਪਾ ਨਹੀਂ, ਕੋਈ ਸ਼ੋਰ ਸ਼ਰਾਬਾ ਨਹੀਂ, ਲੋਕਾਂ ਦੇ ਨਾਲ ਲੈ ਰਹੇ ਨੇ। ਤਾਂ ਇਹਨਾਂ ਦੇ ਮਕਸਦ ਦੇ ਵਿੱਚ ਤੁਸੀਂ ਬਿਨਾਂ ਉਰੇ ਖੜੇ ਆ ਜਿਹੜੇ ਸ਼ਾਮਲ ਹੁੰਦੇ ਹੋਏ ਦਿਖੋਗੇ, ਕਿਉਂਕਿ ਜਦੋਂ ਇਹ ਤਸਵੀਰਾਂ ਲੋਕ ਦੂਜੇ ਦੇਖਣਗੇ ਉਹ ਸਮਝਣਗੇ ਕਿਉਂ ਖੜੇ ਨੇ, ਉਹ ਵੀ ਇਹ ਤਸਵੀਰਾਂ ਦੇ ਮਾਧਿਅਮ ਨਾਲ ਲੋਕ ਵੱਧ ਤੋਂ ਵੱਧ ਦੇਖਣਗੇ। ਤਾਂ ਤੁਸੀਂ ਵੱਧ ਤੋਂ ਵੱਧ ਇਹਨਾਂ ਨੂੰ ਸ਼ੇਅਰ ਕਰੋ ਇਹ ਤਸਵੀਰਾਂ ਨੂੰ ਕਿ ਜਦੋਂ ਠੰਡ ਦੇ ਵਿੱਚ ਇੰਨੀ ਦੇ ਵਿੱਚ ਨੌਜਵਾਨ, ਬਜ਼ੁਰਗ, ਬੀਬੀਆਂ, ਭੈਣਾਂ ਖੜੀਆਂ ਨੇ ਤਾਂ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਬਾਕੀ ਲੋਕ ਕੀ ਸੋਚਦੇ ਨੇ, ਕਿਉਂਕਿ ਜਦੋਂ ਇਹ ਤਸਵੀਰਾਂ ਜੋ ਵੀ ਬੰਦਾ ਦੇਖੂਗਾ ਸਮਝੂਗਾ ਕਿ ਯਾਰ ਕਿਸਾਨੀ ਅੰਦੋਲਨ ਚੱਲ ਰਿਹਾ ਤੇ ਇੰਨੇ ਲੋਕ ਜਦੋਂ ਅੱਗੇ ਆਏ ਨੇ, ਇਹ ਮੁੰਡੇ ਮੈਸੇਜ ਦੇ ਰਹੇ ਨੇ, ਤਾਂ ਇਹ ਇੱਕ ਮੈਸੇਜ ਹੈ ਜਿਹੜਾ ਕਿਤੇ ਨਾ ਕਿਤੇ ਸੋਚਣ ਨੂੰ ਕਈ ਵਾਰ ਮਜਬੂਰ ਕਰ ਦਿੰਦਾ, ਪ੍ਰਭਾਵ ਪਾਉਂਦਾ। ਕਿਉਂਕਿ ਇਸ ਤਰ੍ਹਾਂ ਦੀਆਂ ਜਿਵੇਂ ਗੱਲਾਂ ਨੇ ਜਿਹੜੀਆਂ ਲਿਖੀਆਂ ਹੋਈਆਂ ਨੇ ਕਿ ਕਿਸਾਨ ਅੰਨਦਾਤਾ ਹੈ, ਕਿਸਾਨ ਅੰਨਦਾਤੇ ਜੇ ਨਹੀਂ ਰਹੂਗਾ ਤਾਂ ਲੋਕਾਂ ਦੇ ਮੂੰਹ 'ਚ ਅੰਨ ਨਹੀਂ ਰਹੂਗਾ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦਿਲਾਂ ਦੇ ਨਾਲ ਜੁੜੀਆਂ ਹੋਈਆਂ ਲਿਖੀਆਂ ਹੋਈਆਂ ਨੇ। ਤਾਂ ਕਹਿ ਸਕਦੇ ਹਾਂ ਕਿ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਹ ਦੇਖ ਸਕਣ ਕਿ ਕਿਵੇਂ ਪੂਰੇ ਚੰਡੀਗੜ੍ਹ ਦੇ ਵਿੱਚ ਇਹ ਮਾਹੌਲ ਹੁਣ ਬਣਿਆ ਦਿਖਾਈ ਦੇ ਰਿਹਾ। ਠੀਕ ਹੈ, ਕਈ ਜਗ੍ਹਾ ਤੇ ਨਹੀਂ ਵੀ ਹੋਊਗਾ, ਪਰ ਇੰਨਾ ਜ਼ਰੂਰ ਹੈ ਜਿੱਥੇ ਮੇਨ ਪੁਆਇੰਟਸ ਨੇ, ਜਿਹੜੇ ਲੋਕ ਜਿੱਥੇ ਵੱਧ ਤੋਂ ਵੱਧ ਆਉਂਦੇ ਨੇ ਜਾਂ ਲੰਘਦੇ ਨੇ, ਪੰਜਾਬ ਜਾਂਦਾ, ਕੋਈ ਹਰਿਆਣੇ ਨੂੰ ਜਾਂਦਾ, ਕੋਈ ਹਿਮਾਚਲ ਨੂੰ ਜਾਂਦਾ, ਤਾਂ ਉਸ ਪਾਸੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਹੈ ਜਿਹੜੀ ਇਹਨਾਂ ਨੌਜਵਾਨਾਂ ਦੀ, ਬਜ਼ੁਰਗਾਂ ਦੀ ਜਾਂ ਕਿ ਇਹ ਕਿਸਾਨ ਹਿਤੈਸ਼ੀਆਂ ਦੀ ਆ। ਤਾਂ ਇਹ ਕਿਸਾਨ ਹਿਤੈਸ਼ੀਆਂ ਨੂੰ ਹੋਰ ਵੀ ਹੁੰਗਾਰਾ ਮਿਲਦਾ ਜਦੋਂ ਤੁਸੀਂ ਇਹਨਾਂ ਦੀਆਂ ਤਸਵੀਰਾਂ ਬਾਕੀਆਂ ਨਾਲ ਸ਼ੇਅਰ ਕਰਦੇ ਹੋ, ਪਤਾ ਲੱਗਦਾ ਉਹਨਾਂ ਨੂੰ ਕਿ ਯਾਰ ਹਰੇਕ ਲੋਕ ਸਾਡੇ ਨਾਲ ਨੇ ਕਿਸ ਤਰ੍ਹਾਂ ਦੇ ਨਾਲ। ਤਾਂ ਕਿਹਾ ਜਾ ਸਕਦਾ ਕਿ ਇਹ ਸਾਡਾ ਵੀ ਮਕਸਦ ਇਹੀ ਹੈ ਕਿ ਤੁਹਾਡੇ ਤੱਕ ਇਹਨਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਪਹੁੰਚਾਈਏ ਕਿ ਜਦੋਂ ਇਹ ਠੰਡ ਦੇ ਵਿੱਚ ਆਪਦੇ ਸੁੱਖ ਆਰਾਮ ਛੱਡ ਕੇ ਆਏ ਹੋਏ ਨੇ ਤਾਂ ਆਖਰਕਾਰ ਕਿਉਂ ਐਡਾ ਵੱਡਾ ਇਹ ਅੰਦੋਲਨ ਬਣ ਗਿਆ, ਸੋਚਣ ਲਈ ਮਜਬੂਰ ਹੁੰਦਾ। ਜਿਹੜਾ ਅਸੀਂ ਮਟਕਾ ਚੌਕ ਪਹੁੰਚਣ ਲੱਗੇ ਆ, ਜਿੱਤੋਂ ਅੱਗੇ ਪੰਜਾਬ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਵੀ ਆ, ਵਿਧਾਨ ਸਭਾ ਵੀ ਹੈ, ਸੈਕਟਰੀਏਟ ਵੀ ਹੈ, ਯਾਨੀ ਪੰਜਾਬ ਹਰਿਆਣਾ ਸੈਕਟਰੀਏਟ ਵੀ ਹੈ। ਤੇ ਕਿਆ ਬਾਤ ਹੈ, ਤੁਸੀਂ ਦੇਖੋ ਇੱਥੇ ਵੀ ਐਡੇ ਜਿਹੜਾ ਮੇਨ ਚੌਕ ਮੰਨਿਆ ਜਾਂਦਾ ਇਹ ਚੰਡੀਗੜ੍ਹ ਦਾ, ਜਦੋਂ ਜਿੰਨੇ VIPs ਲੰਘਦੇ ਨੇ ਜਾਂ ਆਉਂਦੇ ਨੇ ਜਾਂਦੇ ਨੇ
ਤਾਂ ਤੁਸੀਂ ਜ਼ਾਹਿਰ ਜੀ ਗੱਲ ਹੈ ਜਦੋਂ ਇਹ ਬੋਰਡ ਦੇਖਦੇ ਹੋਣੇ ਤਾਂ ਗੱਲ ਜ਼ਰੂਰ ਹੁੰਦੀ ਹੋਣੀ, ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ। ਦੂਜੇ ਪਾਸੇ ਲੋਕ ਨੇ ਜਿਹੜੇ ਕਿਵੇਂ ਜੁੜ ਰਹੇ ਨੇ ਨਾਲ, ਤੁਸੀਂ ਦੇਖੋ ਕਿ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਇਹ। ਜਦੋਂ ਚੰਡੀਗੜ੍ਹ ਦੇ ਵਿੱਚ ਦੇਖਦੇ ਆ ਤਾਂ ਤਾਈਓ ਤੁਹਾਨੂੰ ਕਹਿੰਦੇ ਆ, ਇਹਨਾਂ ਲੋਕਾਂ ਦੀਆਂ ਆਵਾਜ਼ ਨੂੰ ਜੇ ਤੁਸੀਂ ਠੀਕ ਸਮਝਦੇ ਹੋ, ਇਹ ਕਿਸਾਨ ਹਿਤੈਸ਼ੀਆਂ ਦੀ ਗੱਲ ਨੂੰ ਠੀਕ ਸਮਝਦੇ ਹੋ, ਤਾਂ ਤੁਸੀਂ ਦੇਖੋ ਕਿੱਡੀ ਜਿਹੜੇ ਬਜ਼ੁਰਗ ਨੇ ਉਹ ਵੀ ਖੜੇ ਨੇ ਬੋਰਡ ਲਈ। ਤੇ ਕਿਹਾ ਜਾ ਸਕਦਾ, ਮੈਂ ਕਹੂੰਗਾ ਸਾਡੇ ਡਰਾਈਵਰ ਨੂੰ ਕਿ ਗੱਡੀ ਰੋਕੂਗਾ ਮੁੰਡਾ, ਤੇ ਨਾਲ ਬੀਬੀ ਨਾਲ ਗੱਲ ਜ਼ਰੂਰ ਕਰਾਂਗੇ, ਕਿਉਂਕਿ ਇੰਨੀ ਠੰਡ ਦੇ ਵਿੱਚ ਖੜਨਾ ਬਜ਼ੁਰਗਾਂ ਲਈ ਡਾਕਟਰ ਵੀ ਕਹਿ ਦਿੰਦੇ ਨੇ ਕਿ ਨਾ ਖੜਿਆ ਕਰੋ, ਤੇ ਤੁਸੀਂ ਨਾ ਖੜੋ, ਤੁਸੀਂ ਨਾ ਇੰਨੀ ਠੰਡ 'ਚ ਨਿਕਲੋ। ਤਾਂ ਕਿਹਾ ਜਾ ਸਕਦਾ ਕਿ ਆਖਰ ਉਹ ਆਪਦੇ ਇੰਨੀ ਠੰਡ ਦੇ ਵਿੱਚ ਜਦੋਂ ਆਰਾਮ ਛੱਡ ਕੇ ਆਏ ਨੇ, ਤਾਂ ਜ਼ਾਹਿਰ ਜੀ ਗੱਲ ਬਣਦੀ ਹੈ ਉਹਨਾਂ ਦੀ ਗੱਲ ਤੁਹਾਡੇ ਤੱਕ ਜ਼ਰੂਰ ਪਹੁੰਚਾਈਏ। ਬਿਲਕੁਲ ਹੁਣ ਤੁਸੀਂ ਦੇਖੋ ਕਿ ਆ ਗਿਆ ਮਟਕਾ ਚੌਂਕ ਹੈ ਚੰਡੀਗੜ੍ਹ ਦਾ, ਜਾਣਦੇ ਖੈਰ ਹਰੇਕ ਹੋਣੇ ਕਿਉਂਕਿ ਪੁਰਾਣੇ ਧਰਨੇ ਇੱਥੇ ਲੱਗਦੇ ਹੁੰਦੇ ਸੀ। ਤੇ ਜਿਉਂ-ਜਿਉਂ ਸ਼ਾਮ ਢਲ ਰਹੀ ਆ, ਸ਼ਾਮ ਢਲਣ ਦੇ ਨਾਲ-ਨਾਲ ਤੁਸੀਂ ਦੇਖੋ ਕਿ ਲੋਕ ਘਰੋਂ ਘਰ ਨਿਕਲ ਰਹੇ ਨੇ। ਖੈਰ ਅਸੀਂ ਦੂਜੇ ਪਾਸੇ ਆਏ ਆ, ਪਹਿਲਾਂ ਇਹ ਵੀ ਬੀਬੀ ਜੀ ਖੜੇ ਨੇਗੇ, ਕਿਸਾਨੀ ਝੰਡੇ ਨਾਲ ਸ਼ਾਇਦ ਇਹਨਾਂ ਦੇ ਬੱਚੇ ਨੇ ਜਿਹੜੇ ਖੜੇ ਨੇਗੇ। ਤੇ ਬੋਰਡ ਤੁਸੀਂ ਦੇਖੋ ਇਹਨਾਂ ਦੇ ਫੜਿਆ ਹੋਇਆ, ਲਵ ਖੇਤੀ ਹੱਥ ਦੇ ਵਿੱਚ ਫੜੀ ਹੋਈ ਆ। ਤੇ ਬੇਟਾ ਇੰਨੀ ਠੰਡ ਦੇ ਵਿੱਚ ਆਏ ਹੋ ਤੁਸੀਂ, ਬੋਰਡ ਫੜਿਆ, ਕੀ ਮੈਸੇਜ ਦੇ ਰਹੇ ਹੋਗੇ? ਕੀ ਮੈਸੇਜ ਦੇ ਰਹੇ ਹੋ ਜੀ? ਨਾਲ ਤੁਹਾਡੇ ਬੇਟੀ ਨੇ ਇਹ ਆਹੀ ਮੈਸੇਜ ਹੈ। ਤੇ ਲੋਕਾਂ ਦਾ ਕਿਹੋ ਜਿਹਾ ਦੇਖਦੇ ਹੋ ਰਿਸਪੌਂਸ ਜਦੋਂ ਇੰਨੀ ਠੰਡ 'ਚ ਤੁਸੀਂ ਖੜੇ ਹੋ? ਕਈ ਬਹੁਤ ਠੀਕ ਹੈਗਾ, ਬਹੁਤ ਠੀਕ ਹੈਗਾ। ਤੁਸੀਂ ਆਪਣੇ ਆਪ ਹੀ ਆਏ ਲੱਗਦੇ ਹੋ ਕੋਈ ਉਰੇ, ਕਿਉਂਕਿ ਆਪ ਹੀ ਆ, ਕਿਸਾਨ ਹੈਗੇ ਆ, ਸਾਡੀ ਤਾਂ ਜਾਨ ਨੂੰ ਬਣੀ ਪਈ ਹੈ। ਹਾਂਜੀ। ਤੇ ਬੱਚੇ ਨੇ ਨਹੀਂ ਕਿਹਾ? ਕਿਉਂਕਿ ਆਮ ਤੌਰ ਤੇ ਦੇਖਦੇ ਆ ਸ਼ਹਿਰੀ ਬੱਚੇ ਹੁੰਦੇ ਨੇ, ਕਹਿੰਦੇ ਨੇ ਵੀ ਨਹੀਂ ਅਸੀਂ ਆਪਦੇ ਕਿਸੇ ਕੰਮ ਜਾਣਾ, ਖੇਲਣ ਜਾਣਾ, ਨਾਲ ਬੇਟੀ ਆਈ ਹੋਈ ਤੁਹਾਡੀ। ਅਸੀਂ ਆਪ ਕਿਸਾਨ ਆ ਜੀ, ਸਾਡੀ ਤਾਂ ਜਾਨ ਨੂੰ ਬਣੀ ਪਈ ਹੈ, ਖੇਲਣ ਬੇਟੀ ਨੇ ਕਿੱਥੇ ਜਾਣਾ। ਬਿਲਕੁਲ, ਜਦੋਂ ਜੇ ਕਹੀਏ ਬਹੁਤ ਵੱਡੀ ਗੱਲ ਇਹਨਾਂ ਨੇ ਕਹੀ ਹੈ ਕਿ ਜਦੋਂ ਸਾਡੇ ਬਜ਼ੁਰਗ, ਸਾਡੇ ਭਰਾ ਸਾਰੇ ਉੱਥੇ, ਬੀਬੀਆਂ ਬੈਠੇ ਬਾਰਡਰ ਤੇ ਦਿੱਲੀ ਦੇ, ਸਾਨੂੰ ਘਰੇ ਚੈਨ ਨਹੀਂ ਆਉਂਦਾ, ਸਰਕਮਸਟੈਂਸਿਸ ਆ, ਨਹੀਂ ਜਾ ਸਕਦੇ ਉੱਥੇ, ਅਸੀਂ ਇੱਥੇ ਖੜੇ ਆ। ਬਿਲਕੁਲ, ਜਿਹੜੀ ਗੱਲ ਅਸੀਂ ਤੁਹਾਨੂੰ ਵਾਰ-ਵਾਰ ਕਹਿੰਦੇ ਸੀਗੇ ਕਿ ਬਹੁਤ ਸਾਰੀਆਂ ਕਈਆਂ ਦੀ ਮਜਬੂਰੀਆਂ ਹੁੰਦੀਆਂ ਨੇ, ਕਈ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਨੇ। ਤਾਂ ਤੁਸੀਂ ਦੇਖੋ ਕਿ ਮੈਕਸਿਮਮ ਗੱਡੀਆਂ ਇੱਥੋਂ ਲੰਘਦੀਆਂ ਨੇ ਤੇ ਇਹਨਾਂ ਦੇ ਬੇਟੀ ਨਾਲ ਖੜੇ ਨੇ, ਉਹਨਾਂ ਨੇ ਹੱਥ 'ਚ ਝੰਡਾ ਫੜਿਆ। ਭਾਵਕ ਕਰਨ ਵਾਲੀਆਂ ਤਸਵੀਰਾਂ ਨੇ ਖੈਰ, ਕਿ ਬੇਟੀ ਇੰਨੀ ਠੰਡ ਦੇ ਵਿੱਚ ਖੜੀ ਆ ਤੇ ਨਾਲ ਮਾਤਾ ਜੀ ਖੜੇ ਨੇਗੇ। ਤਾਂ ਉਹਨਾਂ ਦੀ ਗੱਲ ਜ਼ਾਹਿਰ ਜੀ ਗੱਲ ਹੈ ਕਿ ਬਿਲਕੁਲ ਸਾਫ਼ ਸਿੱਧੀ ਹੈ ਕਿ ਜਦੋਂ ਅਸੀਂ ਸਾਡੇ ਵੀਰ ਭਰਾ, ਬੀਬੀਆਂ, ਭੈਣਾਂ ਉੱਥੇ ਖੜੀਆਂ ਨੇ, ਉੱਥੇ ਬੈਠੇ ਨੇ ਠੰਡ ਦੇ ਵਿੱਚ ਲਗਾਤਾਰ, ਤਾਂ ਅਸੀਂ ਕਿਵੇਂ ਘਰੇ ਬੈਠ ਸਕਦੇ ਹਾਂ? ਕਿਵੇਂ ਬੱਚਾ ਖੇਡਣ ਬਾਰੇ ਸੋਚ ਸਕਦਾ? ਖੈਰ ਪੁੱਛਣ ਦਾ ਮਤਲਬ ਵੀ ਮੇਰਾ ਭਾਵ ਇਹ ਸੀਗਾ ਕਿ ਬੱਚੇ ਅਸੀਂ ਕਹਿੰਦੇ ਆ ਕਿ ਜ਼ਿੱਦ ਕਰਦੇ ਨੇ, ਅਸੀਂ ਖੇਡਣ ਜਾਣਾ, ਅਸੀਂ ਵੱਡਿਆਂ ਦੀ ਗੱਲ ਨਾਲ ਸਹਿਮਤ ਨਹੀਂ ਹੁੰਦੇ, ਤਾਂ ਆਖਰਕਾਰ ਕਿਵੇਂ ਇਸ ਮੂਵਮੈਂਟ ਦੇ ਵਿੱਚ ਆ ਰਹੇ ਨੇ? ਤੁਸੀਂ ਦੇਖੋ ਬਦਲ ਕੇ ਰੱਖਤੀਆਂ ਸਾਰੀਆਂ ਚੀਜ਼ਾਂ। ਇਹ ਚੀਜ਼ਾਂ ਜਦੋਂ ਬਦਲ ਕੇ ਰੱਖਤੀਆਂ ਨੇ, ਹੁਣ ਅਸੀਂ ਮਟਕਾ ਚੌਂਕ ਦੇ ਦੂਜੇ ਪਾਸੇ ਚੱਲ ਰਹੇ ਹਾਂ। ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ, ਮਾਤਾ ਜੀ ਖੜੇ ਨੇ ਉੱਥੇ, ਤਾਂ ਉਹਨਾਂ ਨਾਲ ਗੱਲ ਕਰਾਂਗੇ ਜਾ ਕੇ। ਨਾਲ ਇਹ ਵੀ ਦੇਖ ਲਓ ਕਿ ਮਟਕਾ ਚੌਂਕ ਦਾ ਵੀ ਥੋੜਾ ਜਿਹਾ ਰੂਪ ਬਦਲਿਆ ਜਾ ਰਿਹਾ, ਆਸੇ-ਪਾਸੇ ਸਜਾਵਟ ਕਰੀ ਹੈ ਇਹਦੀ, ਕਿਉਂਕਿ ਪਹਿਲਾਂ ਤੁਸੀਂ ਦੇਖਿਆ ਸੀਗਾ ਚਿੜੀਆਂ ਵਰਗੀਆਂ ਚੀਜ਼ਾਂ ਜਾਪਦੀਆਂ ਨੇ। ਖੈਰ ਕੁਛ ਲਾਈਆਂ ਨੇ, ਹਜੇ ਸਮਝ ਨਹੀਂ ਪੱਲੇ ਪੈਂਦੀਆਂ ਵੀ ਹੈ ਕੀ ਚੀਜ਼ ਨੇ। ਪਰ ਖੈਰ ਕਿਸਾਨੀ ਅੰਦੋਲਨ ਦੀ ਗੱਲ ਕਰਾਂਗੇ, ਕਿਉਂਕਿ ਜਿਵੇਂ ਮਾਹੌਲ ਬਦਲ ਰਿਹਾ, ਤਾਂ ਇਸ ਮਾਹੌਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ। ਜਿਹੜੇ ਪਰਿਵਾਰ ਨਾਲ ਅਸੀਂ ਗੱਲ ਕਰੀ, ਇਹ ਉਹ ਪਰਿਵਾਰ ਨੇ ਜਿਹੜੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਇਹ ਆਪਦੀ ਜ਼ਿੰਦਗੀ 'ਚ ਇੰਨੇ ਰੁੱਝੇ ਹੋਏ ਹੁੰਦੇ ਨੇ, ਬੱਚੇ ਪੜ੍ਹਾਈ 'ਚ ਰੁੱਝੇ ਹੁੰਦੇ ਨੇ, ਇੰਨੀਆਂ ਔਖੀਆਂ ਪੜ੍ਹਾਈਆਂ ਨੇ, ਦੂਜੇ ਪਾਸੇ ਪਰਿਵਾਰਾਂ ਨੂੰ ਟਾਈਮ ਨਹੀਂ ਹੁੰਦਾ। ਪਰ ਫਿਰ ਅੱਜ ਜਦੋਂ ਗੱਲ ਕਿਸਾਨੀ ਦੀ ਆਈ ਹੈ ਤਾਂ ਲੋਕਾਂ ਨੇ ਸਾਰੀਆਂ ਚੀਜ਼ਾਂ, ਹੁਣ ਤੁਸੀਂ ਦੇਖੋ ਅਸੀਂ ਮਾਤਾ ਜੀ ਕੋਲ ਪਹੁੰਚ ਗਏ ਹਾਂ, ਥੋੜ੍ਹੀ ਜਿਹੀ ਦੂਰ ਆ, ਜਾ ਕੇ ਉਹਨਾਂ ਨਾਲ ਗੱਲ ਕਰਾਂਗੇ ਕਿ ਕਿਵੇਂ ਇੰਨੀ ਠੰਡ ਦੇ ਵਿੱਚ ਉਹ ਖੜੇ ਨੇ। ਨਾਲ ਸ਼ਾਇਦ ਪੋਤਾ ਜਾਂ ਦੋਤਾ ਹੋਊਗਾ ਉਹਨਾਂ ਦਾ, ਨਾਲ ਉਹਨਾਂ ਦੇ ਨੌਜਵਾਨ ਹੈ, ਬੇहद ਖਾਸ ਨੇ। ਤਾਈਓ ਕਰਕੇ ਕਹਿੰਦੇ ਆ ਤੁਹਾਨੂੰ ਕਿ ਇਹਨਾਂ ਲੋਕਾਂ ਦੇ ਇਹ ਉਰੇ ਮੈਸੇਜ ਦੇ ਰਹੇ ਨੇ, ਤਾਂ ਇਹਨਾਂ ਦੀਆਂ ਤਸਵੀਰਾਂ ਜਿੰਨੀਆਂ ਜ਼ਿਆਦਾ ਦੂਰ ਤੱਕ ਜਾਣਗੀਆਂ ਤਾਂ ਤੁਸੀਂ ਸ਼ੇਅਰ ਕਰੋ ਇਹਨੂੰ ਵੱਧ ਤੋਂ ਵੱਧ, ਕਿ ਆਖਰਕਾਰ ਇਹ ਜਦੋਂ ਉਰੇ ਖੜੇ ਨੇ ਇੰਨੀ ਠੰਡ ਦੇ ਵਿੱਚ, ਖੈਰ ਇਹ ਲੋਕ ਤਾਂ ਦੇਖ ਰਹੇ ਨੇ, ਤੁਸੀਂ ਵੀ ਇਹ ਤਸਵੀਰਾਂ ਦੇਖ ਲਈਆਂ ਨੇ, ਵੱਧ ਤੋਂ ਵੱਧ ਲੋਕ ਇਹ ਤਸਵੀਰਾਂ ਦੇਖਣ। ਤਾਂ ਇਸ ਲਈ ਜ਼ਰੂਰੀ ਹੋ ਜਾਂਦਾ ਕਿ ਅਸੀਂ ਜੋ ਸਾਡੇ ਕੋਲ ਮਾਧਿਅਮ ਹੈ, ਅਸੀਂ ਉੱਥੇ ਤੱਕ ਇਹਨਾਂ ਦੀਆਂ ਤਸਵੀਰਾਂ ਨੂੰ, ਇਹਨਾਂ ਦੇ ਸਮੇਂ ਨੂੰ ਪਹੁੰਚਾਈਏ।
ਤੁਸੀਂ ਆਪ ਹੀ ਅੰਦਾਜ਼ਾ ਲਾ ਲਿਆ ਹੋਣਾ ਕਿੰਨੀਆਂ ਗੱਡੀਆਂ ਕਿੰਨੀਆਂ ਬੱਸਾਂ ਲੰਘਦੀਆਂ ਨੇ। ਹਰ ਕੋਈ ਦੇਖ ਕੇ ਜਾਂਦਾ ਕਿ ਆਖਰ ਦੇ ਵਿੱਚ ਇੰਨੇ ਬਜ਼ੁਰਗ ਨੇ ਜਿਹੜੇ ਇਹ ਠੰਡ ਦੇ ਵਿੱਚ ਕਿਉਂ ਖੜੇ ਨੇ। ਤਾਈਓ ਕਰਕੇ ਕਹਿੰਦੇ ਆ ਤੁਸੀਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ, ਵੱਧ ਤੋਂ ਵੱਧ ਲੋਕਾਂ ਕੋਲ ਪਹੁੰਚਾਓ ਤਾਂ ਕਿ ਲੋਕ ਦੇਖ ਸਕਣ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਮਾਤਾ ਜੀ, ਇੰਨੀ ਠੰਡ 'ਚ ਵੈਸੇ ਹੀ ਡਾਕਟਰ ਕਹਿ ਦਿੰਦੇ ਨੇ ਬਜ਼ੁਰਗਾਂ ਨੂੰ ਘਰੇ ਰਹਿਣਾ ਚਾਹੀਦਾ, ਤੁਸੀਂ ਜੈ ਜਵਾਨ ਜੈ ਕਿਸਾਨ ਦਾ ਨਾਰਾ ਫੜ ਕੇ ਮੈਸੇਜ ਦੇ ਰਹੇ ਹੋ। ਉਹ ਦਿੱਲੀ ਬੈਠੇ ਨੇ ਬੇਟਾ 2 ਮਹੀਨੇ ਦੇ, ਉਸ ਮੇਰੇ ਨਾਲ ਵੀ ਜ਼ਿਆਦਾ ਬਜ਼ੁਰਗ ਨੇ ਵੀ ਜਿਹੜੇ ਸਾਰੇ ਬੈਠੇ ਨੇ ਚਿੰਤਾਵਾਂ ਨੇ ਉਹਨਾਂ ਦੀਆਂ। ਹਾਂਜੀ ਹਾਂਜੀ ਹਾਂਜੀ। ਤੇ ਮਾਤਾ ਜੀ ਨਾਲ ਤੁਹਾਡੇ ਕੌਣ ਹੈ, ਪੋਤਾ ਦੋਤਾ? ਇਹ ਸਟੱਡੀ ਕਰਦਾ ਬੇਟਾ। ਅੱਛਾ ਬੇਟਾ ਜੀ। ਹਾਂਜੀ ਹਾਂਜੀ, ਨਹੀਂ ਐਕਸਟਰਾ ਲੱਗਾ ਇਹ। ਅੱਛਾ ਅੱਛਾ। ਹਾਂਜੀ। ਤੇ ਹਰ ਕੋਈ ਸਮਝਦੇ ਹੋ ਵੀ ਬੜਾ ਸਮੇਂ ਨੇ ਚੀਜ਼ਾਂ ਬਦਲਤੀਆਂ ਨੇ, ਉਹ ਲੋਕ ਵੀ ਘਰੋਂ ਆ ਰਹੇ ਨੇ ਜਿਹੜੇ ਅਸੀਂ ਦੇਖਦੇ ਹਾਂ ਬਾਕੀ ਚੌਂਕਾਂ ਤੇ ਵੀ ਜਿਵੇਂ ਖੜੇ ਨੇ ਮੁੰਡੇ ਨੌਜਵਾਨ ਖੜੇ ਨੇ ਕਿ ਜਿਹੜੇ ਲੋਕ ਸ਼ਾਇਦ ਕਿਸਾਨੀ ਬਾਰੇ ਸੋਚਦੇ ਪੜ੍ਹਦੇ ਜ਼ਰੂਰ ਹੁੰਦੇ ਸੀ, ਸੋਚਦੇ ਨਹੀਂ ਸੀ ਹੁੰਦੇ। ਕਿੰਨਾ ਫਰਕ ਪੈ ਗਿਆ ਸਮੇਂ ਦੇ ਹਿਸਾਬ ਨਾਲ? ਉਹ ਵੀ ਆ ਰਹੇ ਨੇ ਬੇਟਾ, ਜਿਨ੍ਹਾਂ ਨੂੰ ਬਿਲਕੁਲ ਹੀ ਕਿਸਾਨੀ ਬਾਰੇ ਨਹੀਂ ਪਤਾ ਸੀ, ਉਹ ਵੀ ਵਿਚਾਰੇ ਨੇ ਸੰਘਰਸ਼ ਵਿੱਚ। ਤੇ ਫਿਰ ਮਾਤਾ ਜੀ ਤੁਸੀਂ ਜੇ ਕਹੀਏ ਕਿ ਬਾਕੀ ਪਰਿਵਾਰ ਦੇ ਲੋਕ ਨਹੀਂ ਰੋਕਦੇ ਵੀ ਤੁਸੀਂ ਨਾ ਜਾਓ ਠੰਡ 'ਚ ਬਿਮਾਰ ਹੋ ਜਾਓਗੇ? ਬੇਟਾ ਇੱਕ ਤਾਂ ਮੇਰਾ ਐਡਵੋਕੇਟ ਹੈ, ਇੱਕ ਰਿਪੋਰਟਰ ਹੈ, ਬੇਟੇ ਮੇਰੇ ਕਹਿੰਦੇ ਨੇ ਤੁਸੀਂ ਜਾਓ, ਮੈਂ ਖੁਦ ਕਹਿੰਦੀ ਹਾਂ ਮੈਂ ਜਾਊਂ। ਅੱਛਾ ਜੀ। ਮੈਂ ਦਿੱਲੀ ਵੀ ਜਾਣਾ ਸੀ, ਦਿੱਲੀ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ, ਮੈਂ ਇਸ ਕਰਕੇ ਗਈ ਨਹੀਂ। ਹਾਂ ਬਿਲਕੁਲ। ਮੇਰਾ ਹੁਣ ਵੀ ਮਨ ਹੈ, ਮੈਂ ਜਾਣਾ ਹੈ, ਅਸੀਂ ਨੇ ਪਰਸੋਂ ਨੂੰ। ਅੱਛਾ ਜੀ। ਹਾਂਜੀ, ਯਾਨੀ ਕਿ ਜਾਣਾ ਜ਼ਰੂਰ ਹੈ। ਜਾਣਾ ਜ਼ਰੂਰ। ਬਿਲਕੁਲ ਕਹਿ ਸਕਦੇ ਹਾਂ ਸਲਾਮ ਹੈ ਮਾਤਾ ਜੀ ਨੂੰ ਕਿ ਦੇਖੋ ਇੰਨੀ ਠੰਡ ਦੇ ਵਿੱਚ ਜਦੋਂ ਬਜ਼ੁਰਗ ਘਰੋਂ ਨਿਕਲ ਕੇ ਆ ਰਹੇ ਨੇ ਤਾਂ ਉਹਨਾਂ ਦੀ ਗੱਲ ਸਹੀ ਠੀਕ ਹੈ ਕਿ ਆਖਰ ਕਿੰਨੇ ਬਜ਼ੁਰਗ ਸਾਡੇ ਵੀਰ ਭੈਣਾਂ ਉੱਥੇ ਭਰਾ ਉੱਥੇ ਖੜੇ ਨੇਗੇ ਤਾਂ ਉਹ ਲਗਾਤਾਰ ਉਹੀ ਚੀਜ਼ ਹੁੰਦੇ ਨੇਗੇ। ਮੁੰਡੇ ਨੇ ਬੜੀ ਸੋਹਣੀ ਪੇਂਟਿੰਗ ਬਣਾਈ ਹੈ, ਤੁਸੀਂ ਆਪ ਬਣਾਈ ਪੇਂਟਿੰਗ? ਹਾਂਜੀ ਵੀਰ ਜੀ ਆਪਣੀ। ਤੇ ਕੀ ਮੈਸੇਜ ਦੇ ਰਹੇ ਹੋ ਫਿਰ? ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਲ ਜਿਹੜੇ ਉਹੀ ਬਲਦ ਪੁਰਾਣੇ ਦਿਖ ਰਹੇ ਨੇਗੇ ਜਿਹੜੇ ਖੈਰ ਫੋਟੋਆਂ 'ਚ ਹੀ ਦਿਖਦੇ ਹੁੰਦੇ ਸੀ। ਹਾਂਜੀ ਹਾਂਜੀ, ਮੈਂ ਮੈਸੇਜ ਇਹੀ ਦੇਣਾ ਚਾਹਾਂਗਾ ਜੀ, ਮੇਰੇ ਵੀਰ ਬਹੁਤ ਸਾਰੇ ਮਤਲਬ ਨਾਲ ਜੁੜ ਚੁੱਕੇ ਨੇ ਆਪਣੇ ਇਸ ਚੀਜ਼ ਦੇ, ਕਿਸਾਨਾਂ ਦੇ ਨਾਲ। ਤੇ ਜਿਹੜੇ ਵੀਰ ਹਾਲ ਤੱਕ ਨਹੀਂ ਜੁੜੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਉਹ ਵੀ ਜੁੜਨ ਵੱਧ ਤੋਂ ਵੱਧ, ਕਿਉਂਕਿ ਆਪਾਂ ਮਤਲਬ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾ ਸਕੀਏ। ਕਿਉਂਕਿ ਇੱਕ ਤਰ੍ਹਾਂ ਦਾ ਲੋਕਤੰਤਰ ਹੈ, ਡੈਮੋਕ੍ਰੇਸੀ ਹੈ, ਇਹ ਕੋਈ ਤਾਨਾਸ਼ਾਹੀ ਥੋੜ੍ਹਾ ਹੈ। ਜਿਹੜੀ ਚੀਜ਼ ਸਾਨੂੰ ਨਹੀਂ ਚਾਹੀਦੀ ਉਹ ਸਾਡੇ ਤੇ ਮਤਲਬ ਥੋਪੀ ਜਾ ਰਹੀ ਹੈ, ਤਾਂ ਗੱਲ ਗਲਤ ਹੈ ਜੀ। ਇਸ ਤਰ੍ਹਾਂ ਮਤਲਬ ਵੀ ਸਾਨੂੰ ਲੱਗਦਾ ਹੈ ਵੀ ਵੱਧ ਤੋਂ ਵੱਧ ਲੋਕਾਂ ਨੂੰ ਜੁੜਨਾ ਚਾਹੀਦਾ ਹੈ ਤਾਂ ਜੋ ਛੇਤੀ ਤੋਂ ਛੇਤੀ ਮਤਲਬ ਕਾਨੂੰਨ ਰੱਦ ਹੋ ਜਾਣ। ਮੇਰਾ ਇਹੀ ਮੈਸੇਜ ਹੈ ਜੀ। ਤੇ ਫਿਰ ਤੁਸੀਂ ਇਕੱਲੇ ਆਉਂਦੇ ਹੋਗੇ? ਹਾਂਜੀ, ਮੈਂ ਲਗਭਗ ਹਫ਼ਤਾ ਕੁ ਹੋ ਗਿਆ ਜੀ, ਲਗਭਗ ਆ ਰਿਹਾ ਇਕੱਲਾ 4-5 ਵਜੇ ਤੋਂ ਹੀ। ਫਿਰ ਮਤਲਬ ਕੁਝ ਕੁ ਆ ਜਾਂਦੇ 6 ਵਜੇ 6:30 ਦੇ ਕਰੀਬ ਹੀ। ਤੇ ਫਿਰ ਪੜ੍ਹਾਈ ਚੱਲਦੀ ਹੈ ਨਾਲ? ਹਾਂਜੀ, ਨਾਲ ਪੜ੍ਹਾਈ ਚੱਲਦੀ, ਕਿਉਂਕਿ ਮੈਂ ਵੈਸੇ ਤਾਂ ਅਬੋਹਰ ਤੋਂ ਆਈ ਕਿ ਮਤਲਬ ਇੱਥੇ ਰੂਮ ਲਿਆ ਏ, ਫਿਰ ਸਾਰਾ ਦਿਨ ਪੜ੍ਹਾਈ ਕਰ ਲਈਦੀ, ਫਿਰ ਸ਼ਾਮ ਨੂੰ ਇਸ ਦੇ ਨਾਲ ਜੁੜ ਲਈਦਾ। ਕਿਉਂਕਿ ਇਹ ਵੀ ਥੋੜ੍ਹਾ ਨਾ ਸਾਡਾ ਬੈਕਵਰਡ ਮਤਲਬ ਫਾਰਮਿੰਗ ਦਾ ਹੀ ਹੈ, ਅਸੀਂ ਖੇਤੀ ਕਰਦੇ ਹਾਂ, ਤਾਂ ਕਰਕੇ ਹੀ ਮੈਨੂੰ ਇਹ ਚੀਜ਼ ਦਾ ਜ਼ਰੂਰੀ ਲੱਗਦਾ ਵੀ ਆਉਣਾ ਚਾਹੀਦਾ ਹੈ। ਬਿਲਕੁਲ। ਤੁਸੀਂ ਦੇਖੋ ਕਿ ਜਿਵੇਂ ਅਲੱਗ-ਅਲੱਗ ਚੌਂਕਾਂ ਤੋਂ ਅਲੱਗ-ਅਲੱਗ ਜਗ੍ਹਾਵਾਂ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ, ਤਾਂ ਲਗਾਤਾਰ ਕੋਸ਼ਿਸ਼ ਇਹੀ ਆ। ਬਜ਼ੁਰਗ ਮਾਤਾ ਜੀ ਖੜੇ ਨੇ, ਉਹਨਾਂ ਦੀ ਬੜੀ ਭਾਵਕ ਕਰਨ ਵਾਲੀਆਂ ਗੱਲਾਂ ਨੇ। ਜ਼ਿਆਦਾ ਗੱਲਾਂ ਅਸੀਂ ਇਸ ਲਈ ਨਹੀਂ ਕਰਦੇ ਕਿਸੇ ਵੀ ਜਗ੍ਹਾ ਤੇ ਜਿੱਥੇ ਲੋਕ ਖੜੇ ਨੇ, ਕਿਉਂਕਿ ਉਹਨਾਂ ਦੀ ਇਸ ਮੂਵਮੈਂਟ ਦੇ ਵਿੱਚ ਭੰਗ ਨਹੀਂ ਪਾਉਣਾ ਚਾਹਾਂਗੇ ਜਾਂ ਕਹੀਏ ਕਿ ਉਹਨੂੰ ਡਿਲੇ ਨਹੀਂ ਕਰਾਂਗੇ, ਕਿਉਂਕਿ ਜਦੋਂ ਅਸੀਂ ਖੜਦੇ ਹਾਂ ਉਹਨਾਂ ਸਮਾਂ ਬਾਕੀ ਲੋਕ ਨੇ ਜਿਹੜੇ ਲੰਘ ਜਾਂਦੇ ਨੇ ਤਾਂ ਹਰ ਕੋਈ ਦੇਖ ਸਕੇ। ਤਾਈਓ ਕਰਕੇ ਕਹਿੰਦੇ ਆ ਤੁਹਾਨੂੰ ਕਿ ਵੱਧ ਤੋਂ ਵੱਧ ਇਹ ਤਸਵੀਰਾਂ ਨੂੰ ਪਹੁੰਚਾਓ ਲੋਕਾਂ ਤੱਕ ਤਾਂ ਕਿ ਪਤਾ ਲੱਗ ਸਕੇ ਕਿ ਕੀ ਹਾਲਾਤਾਂ ਦੇ ਵਿੱਚ ਸਾਡੇ ਬਜ਼ੁਰਗ ਬੱਚੇ ਨੇ ਜਿਹੜੇ, ਕਿਉਂਕਿ ਮੁੰਡੇ ਨੇ ਜਿਵੇਂ ਦੱਸਿਆ ਪੜ੍ਹਾਈ ਸਾਰਾ ਦਿਨ ਕਰਦਾ ਫਿਰ ਸ਼ਾਮ ਨੂੰ ਆ ਕੇ ਇੱਥੇ ਖੜਦਾ, ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਆਪਣੇ ਆਪ ਦੇ ਵਿੱਚ। ਲਓ ਜੀ, ਬੱਸ ਸਟੈਂਡ ਦੇ ਕੋਲੇ ਪਹੁੰਚ ਗਏ ਅਸੀਂ। ਜਿਵੇਂ ਕਿ ਤੁਹਾਨੂੰ ਸਾਰੇ ਜਗ੍ਹਾ ਦਾ ਹਾਲ ਦਿਖਾ ਰਹੇ ਆ ਚੰਡੀਗੜ੍ਹ ਦਾ ਅੱਜ, ਕਿ ਜਿਸ ਤਰ੍ਹਾਂ ਦੇ ਨਾਲ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਬਦਲ ਗਈਆਂ ਨੇਗੀਆਂ, ਤਾਂ ਉਹਦਾ ਹੀ ਇੱਕ ਕਹਿ ਸਕਦੇ ਆਂਗੇ ਕਿ ਸਾਡੀ ਵੀ ਕੋਸ਼ਿਸ਼ ਇਹੀ ਸੀ। ਕਿਉਂਕਿ ਬਾਕੀ ਦਿਨਾਂ ਦੇ ਵਿੱਚ ਦੇਖਦੇ ਸੀ, ਲੋਕ ਦੱਸਦੇ ਸੀ ਕਿ ਕਿਵੇਂ ਕਿਸਾਨੀ ਅੰਦੋਲਨ ਦੇ ਕਰਕੇ ਜਿਹੜੇ ਨੌਜਵਾਨ ਨੇ, ਬਜ਼ੁਰਗ ਨੇ, ਹਰੇਕ ਉਮਰ ਦੀ, ਖੈਰ ਕੀ ਗੱਲ ਕੀਤੀ ਜਾਵੇ ਕਿ ਹਰੇਕ ਉਮਰ ਦੇ ਲੋਕ ਨੇ ਜਿਹੜੇ ਆ ਕੇ ਆਪਦਾ ਹਿੱਸਾ, ਜਿਵੇਂ ਕਹਿੰਦੇ ਨੇ ਨਾ ਵੀ ਤਿਲਫੁਲ ਪਾ ਰਹੇ ਨੇ, ਤਾਂ ਹਰ ਕਿਸੇ ਦੀ ਕੋਸ਼ਿਸ਼ ਹੈ। ਤਿਲਫੁਲ ਨਾਲੋਂ ਵੀ ਬਹੁਤ ਵੱਡੀ ਚੀਜ਼ ਹੈ ਕਿ ਆਪਦਾ ਸਮਾਂ ਕੱਢ ਕੇ ਠੰਡ ਦੇ ਵਿੱਚ ਜਦੋਂ ਲੋਕ ਖੜਨ, ਤਾਂ ਕਿਹਾ ਜਾ ਸਕਦਾ ਕਿ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਮੈਸੇਜ ਜਾਂਦਾ। ਇਹ ਮੈਸੇਜ ਇਕੱਲਾ ਇਹ ਨਹੀਂ ਹੁੰਦਾ ਕਿ ਠੀਕ ਹੈ ਕੁਝ ਲੋਕ ਪ੍ਰੋਟੈਸਟ ਕਰ ਰਹੇ ਨੇ ਤਾਂ ਕਿਤੇ ਕੋਈ ਵੱਡੀ ਗੱਲ ਹੋ ਜੂ, ਪੂਰੇ ਕੁਝ ਲੋਕਾਂ ਵਾਲੀ ਤਾਂ ਗੱਲ ਹੀ ਖਤਮ ਹੋ ਗਈ। ਕਿਉਂਕਿ ਲੋਕ ਵੱਡੀ ਤਾਦਾਦ ਦੇ ਵਿੱਚ ਲਗਾਤਾਰ ਦਿੱਲੀ ਅੰਦੋਲਨ ਦੀ ਗੱਲ ਹੋਵੇ, ਬਾਕੀ ਦੇਸ਼ ਦੇ ਹਿੱਸਿਆਂ ਦੀ ਗੱਲ ਹੋਵੇ, ਜਿਹੜਾ ਹੋ ਰਿਹਾ, ਤਾਂ ਇਹ ਚੌਂਕ ਹੈ ਬੱਸ ਸਟੈਂਡ ਤੋਂ ਅੱਗੇ ਵਾਲਾ, ਤੇ ਇੱਥੇ ਵੀ ਦੇਖਾਂਗੇ ਕਿ ਆਖਰ ਕਿਸ ਤਰ੍ਹਾਂ ਦੇ ਨਾਲ ਰਿਸਪੌਂਸ ਲੋਕਾਂ ਦਾ। ਤਾਂ ਇੱਥੇ ਵੀ ਦੇਖਾਂਗੇ ਕਿ ਆਖਰ ਕਿਸ ਤਰ੍ਹਾਂ ਦਾ ਰਿਸਪੌਂਸ ਹੈ, ਕਿਉਂਕਿ ਪੂਰੇ ਚੰਡੀਗੜ੍ਹ ਜੇ ਕਹੀਏ ਤਕਰੀਬਨ ਅਸੀਂ ਘੁੰਮ ਲਏ ਹਾਂ,
ਹਰੇਕ ਚੌਂਕ ਤੇ ਬੰਦਾ ਦਿਖਦਾ ਖੜਾ, ਕਿਸਾਨੀ ਬੋਰਡ ਹੱਥ ਦੇ ਵਿੱਚ ਫੜੇ ਹੁੰਦੇ ਨੇ। ਤਾਂ ਜ਼ਿਆਦਾਤਰ ਜਿਹੜੇ ਲੋਕ ਨੇਗੇ ਉਹ ਲਗਾਤਾਰ ਹਰੇਕ ਥਾਵਾਂ ਤੇ ਬਦਲ ਕੇ ਕੋਈ ਲੋਕ ਖੜਦੇ ਨੇ, ਕਿਉਂਕਿ ਕੋਸ਼ਿਸ਼ ਇਹੀ ਹੈ ਮੈਸੇਜ ਵੱਧ ਤੋਂ ਵੱਧ ਜਾਵੇ। ਤਾਈਓ ਕਰਕੇ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਇਸ ਵੀਡੀਓ ਨੂੰ ਲੋਕਾਂ ਤੱਕ ਪਹੁੰਚਾਓ ਤਾਂ ਕਿ ਪਤਾ ਲੱਗ ਸਕੇ ਕਿ ਮੂਵਮੈਂਟ ਅਸਲੀ ਹੁੰਦੀ ਕੀ ਹੈ। ਜਨ ਅੰਦੋਲਨ ਦਾ ਜਦੋਂ ਨਾਂ ਆਉਂਦਾ, ਨਾਂ ਬੜਾ ਵੱਡਾ ਜਨ ਅੰਦੋਲਨ, ਤੇ ਜਨ ਅੰਦੋਲਨ ਦੇ ਵਿੱਚ ਹੁੰਦਾ ਹੀ ਹੈ ਕਿ ਹਰ ਕੋਈ ਲੋਕ ਜਦੋਂ ਆਪ ਬਿਨਾਂ ਬੁਲਾਏ ਕੋਈ ਆਉਣ ਲੱਗ ਜਾਣ ਲੋਕ, ਤਾਂ ਉਹ ਚੀਜ਼ ਹਿੱਸਾ ਪੈਂਦੀ ਆ। ਤੇ ਸਾਰੇ ਮੈਕਸਿਮਮ ਤੁਹਾਨੂੰ ਚੌਂਕ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰੀ ਹੈ ਕਿ ਕਿਵੇਂ ਹਰ ਇੱਕ ਉਮਰ ਦੇ ਲੋਕ ਖੜੇ ਨੇ, ਸਾਡੀਆਂ ਬੀਬੀਆਂ ਖੜੀਆਂ ਨੇ, ਭੈਣਾਂ ਖੜੀਆਂ ਨੇ, ਬੱਚੇ ਖੜੇ ਨੇ, ਭਰਾ ਖੜੇ ਨੇ। ਤਾਂ ਸਾਰਿਆਂ ਦੀ ਜਿਹੜੀ ਕੋਸ਼ਿਸ਼ ਹੈ, ਕੋਸ਼ਿਸ਼ ਉਹਨਾਂ ਦੀ ਕੀ ਹੈ? ਹੱਥਾਂ ਦੇ ਵਿੱਚ ਨੋ ਫਾਰਮਰ ਨੋ ਫੂਡ, ਦੂਜੇ ਪਾਸੇ ਕਿਸਾਨਾਂ ਦੀ ਗੱਲ ਮੰਨਦੇ ਹੋਏ ਕਾਨੂੰਨ ਰੱਦ ਕਰੋ, ਬਹੁਤ ਸਾਰੇ ਮੈਸੇਜ ਲਿਖੇ ਹੋਏ ਨੇ। ਤਾਂ ਉਹ ਮੈਸੇਜ ਹਰ ਕਿਸੇ ਤੱਕ ਪਹੁੰਚਣ ਤਾਂ ਜ਼ਿੰਮੇਵਾਰੀ ਬਣ ਜਾਂਦੀ ਹੈ ਆਪਣੀ ਵੀ ਤੇ ਕਿਸਾਨ ਹਿਤੈਸ਼ੀ ਲੋਕਾਂ ਦੀ, ਕਿ ਆਖਰਕਾਰ ਜੇ ਤੁਸੀਂ ਇਸ ਵੀਡੀਓ ਦੇ ਵਿੱਚ ਖੜੇ